ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਅਰ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਅਰ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰੈ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ। ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਤਿਨ ਸਫਲਿਓ ਜਨਮ ਸਨਾਥਾ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ। ਹਰ ਦਇਆ ਧਾਰ ਜਗन्नाथा। ਹਮ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਆਪ ਸਭ ਸੰਗਤ ਹਾਜ਼ਰੀਆਂ ਭਰ ਕਰਕੇ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਿਹਰਾਂ ਦੇ ਬਖਸ਼ਿਸ਼ਾਂ ਦੇ ਰਹਿਮਤਾਂ ਦੇ ਪਾਤਰ ਬਣ ਰਹੇ ਹੋ। ਇਸ ਪਾਵਨ ਅਸਥਾਨ ਦੀ ਨਿਤ ਪ੍ਰਤ ਮਰਿਆਦਾ ਅਨੁਸਾਰ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਸੰਗਤ ਸ਼ਬਦ ਰਾਹੀਂ ਇਸ ਪਾਵਨ ਅਸਥਾਨ ਤੋਂ ਸਰਵਣ ਕਰਦੀ ਹੈ, ਤਾਂ ਜੋ ਸ੍ਰੀ ਮੁਖਵਾਕ ਸ਼ਬਦ ਦੀ ਵਿਚਾਰ ਸਰਵਣ ਕਰਕੇ ਅਸੀਂ ਆਪਣੇ ਜੀਵਨ ਵਿੱਚ ਬਦਲਾਵ ਲਿਆ ਸਕੀਏ ਤੇ ਜੋ ਸਾਡਾ ਪੰਧ ਇਸ ਆਤਮਾ ਦਾ ਬਹੁਤ ਲੰਮਾ ਹੋ ਚੁੱਕਿਆ ਹੈ, ਉਸ ਪੰਧ ਨੂੰ ਗੁਰੂ ਦੀ ਬਖਸ਼ਿਸ਼ ਦੇ ਨਾਲ ਛੋਟਾ ਕਰ ਲਈਏ। ਪਰ ਮੈਂ ਪਹਿਲਾਂ ਬੇਨਤੀ ਕਰਾਂ ਕਿ ਮੁਖਵਾਕ ਦੀ ਵਿਚਾਰ ਹੁੰਦੀ ਕਿਉਂ ਹੈ। ਮੁਖਵਾਕ ਦਾ ਭਾਵ ਹੈ ਕਿ ਮੁਖਾਰ ਬਿੰਦ ਤੋਂ ਨਿਕਲਿਆ ਹੋਇਆ ਵਾਕ। ਜੇ ਆਮ ਤੌਰ ਤੇ ਵੀ ਦੁਨਿਆਵੀ ਵਿਅਕਤੀ ਕੋਈ ਬਾਤਚੀਤ ਕਰਦਾ ਹੈ, ਕੋਈ ਵਾਕ ਬੋਲਦਾ ਹੈ, ਉਹ ਵੀ ਉਸ ਦਾ ਮੁਖ ਵਾਕ ਹੈ, ਉਹਦੇ ਮੁਖ ਦੇ ਵਿੱਚੋਂ ਨਿਕਲਿਆ ਹੈ। ਪਰ ਕਦੇ ਵੀ ਦੁਨੀਆ ਦੇ ਬੰਦਿਆਂ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਸ਼ਬਦਾਂ ਦੀ ਨਾ ਕੋਈ ਵਿਚਾਰ ਕਰਦਾ, ਨਾ ਕੋਈ ਨਮਸਕਾਰ ਕਰਦਾ। ਭਾਵੇਂ ਕੋਈ ਤਖਤ ਤੇ ਬੈਠਾ ਹੋਇਆ ਬਾਦਸ਼ਾਹ ਵੀ ਆਪਣੇ ਮੁਖਾਰ ਬਿੰਦ ਤੋਂ ਕੋਈ ਬਚਨ ਕਰੇ, ਉਹਦਾ ਵੀ ਮੁਖ ਦੇ ਵਿੱਚੋਂ ਨਿਕਲਿਆ ਵਾਕ ਹੈ, ਇੱਕ ਹੁਕਮ ਵੀ ਹੈ, ਪਰ ਉਸ ਵਿੱਚ ਵੀ ਬੜਾ ਅੰਤਰ ਹੈ, ਉਹਦੇ ਤੇ ਵੀ ਵਿਚਾਰ ਬਹੁਤਾ ਸਮਾਂ ਨਹੀਂ ਕੀਤੀ ਜਾਂਦੀ। ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜਾਂ ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਹਰ ਰੋਜ਼ ਅੰਮ੍ਰਿਤ ਵੇਲੇ ਆਏ ਹੋਏ ਮੁਖਵਾਕ ਦੀ ਵਿਚਾਰ ਜ਼ਰੂਰ ਹੁੰਦੀ ਹੈ। ਉਹਦਾ ਕਾਰਨ ਹੈ ਕਿ ਹਰ ਇੱਕ ਵਿਅਕਤੀ ਆਪਣੇ ਮੁਖਾਰ ਬਿੰਦ ਤੋਂ ਕੋਈ ਨਾ ਕੋਈ ਵਾਕ ਕੱਢਦਾ ਹੈ, ਪਰ ਉਸ ਦੇ ਮੁਖਵਾਕ ਦੀ ਕੋਈ ਕੀਮਤ ਨਹੀਂ। ਪਰ ਅੰਮ੍ਰਿਤ ਵੇਲੇ ਜੋ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਸ਼ ਹੋਣ ਤੋਂ ਬਾਅਦ ਹੁਕਮਨਾਮੇ ਦੇ ਰੂਪ ਵਿੱਚ ਦਿੰਦੇ ਨੇ, ਸੰਗਤ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਮੁਖਵਾਕ ਵਿੱਚ ਤਾਕਤ ਹੈ। ਜਿਹੜਾ ਗੁਰੂ ਸਾਹਿਬ ਦੇ ਮੁਖਵਾਕ ਦੀ ਵਿਚਾਰ ਕਰ ਲਵੇ, ਸਤਿਗੁਰੂ ਦੇ ਮੁਖਵਾਕ ਦੀ ਵਿਚਾਰ ਕਰਕੇ ਉਸ ਸ਼ਬਦ ਦੀ ਵਿਚਾਰ ਤੇ ਆਪਣੇ ਜੀਵਨ ਨੂੰ ਢਾਲ ਲਵੇ, ਤੇ ਸੱਚ ਹੈ ਕਿ ਸਤਿਗੁਰੂ ਦਾ ਮੁਖਵਾਕ ਤੁਹਾਡੇ ਦੁੱਖ ਕੱਟ ਸਕਦਾ ਹੈ, ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ, ਮਾੜੇ ਕਰਮ ਮਿਟਾ ਸਕਦਾ ਹੈ। ਦੁਨੀਆ ਦੇ ਬਾਦਸ਼ਾਹਾਂ ਦੇ ਵਾਕ ਵੀ ਕਦੇ ਦੁੱਖ ਨਹੀਂ ਕੱਟਦੇ, ਜ਼ਿੰਦਗੀ ਨਹੀਂ ਬਦਲਦੇ, ਪਰ ਸਤਿਗੁਰੂ ਦੇ ਪਾਵਨ ਮੁਖਵਾਕ ਸਰਵਣ ਕੀਤਿਆਂ ਜਨਮਾਂ ਜਨਮਾਂ ਦੀ ਮੈਲ ਧੁੱਪ ਜਾਂਦੀ ਹੈ। ਆਖੋ ਸਤਨਾਮ ਸ਼੍ਰੀ। ਸੋ ਸਤਿਗੁਰੂ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰ ਕਰਵਾਉਣੀ। ਆਓ ਸਭ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਮੁਖਵਾਕ ਨੂੰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਤੋਂ ਜੈਤ ਸਰੀ ਰਾਗ ਦੇ ਅੰਦਰ ਉਚਾਰਨ ਕਰਦੇ ਆ, ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਦੋਂ ਜੈਤ ਸਰੀ ਰਾਗ ਦੀ ਆਰੰਭਤਾ ਹੁੰਦੀ ਹੈ, ਇਹ ਸ਼ਬਦ ਰਾਗ ਜੈਤ ਸਰੀ ਦਾ ਪਹਿਲਾ ਸ਼ਬਦ ਹੈ। ਇਸ ਸ਼ਬਦ ਨੂੰ ਧੰਨ ਗੁਰੂ ਰਾਮਦਾਸ ਜੀ 4 ਪਦਿਆਂ ਦੇ ਰੂਪ ਦੇ ਵਿੱਚ ਔਰ ਗੁਰਮਤਿ ਸੰਗੀਤ ਮੁਤਾਬਕ ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਕਰਕੇ ਉਚਾਰਨ ਕਰਦੇ ਨੇ।
ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੁਲੰਦ ਹਸਤੀ ਤੋਂ ਜਾਣੂ ਕਰਵਾਉਂਦੇ ਨੇ ਕਿ ਇੱਕ ਓੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਉਸਤਤ ਵਿੱਚ ਉਚਾਰਨ ਕੀਤਾ। ਪ੍ਰਣਵੋ ਆਦਿਕੰਕਾਰਾ ਜਲ ਥਲ ਮਹੀਲ ਕੀਓ ਪਸਾਰਾ, ਆਦ ਪੁਰਖ ਅਵਗਤ ਅਵਿਨਾਸੀ ਲੋਕ ਚਤੁਰਦਸ ਜੋਤ ਪ੍ਰਕਾਸ਼ੀ, ਹਸਤ ਕੀਟ ਕੇ ਬੀਚ ਸਮਾਨਾ ਰਾਵ ਰੰਕ ਜਿਹ ਇਕਸਰ ਜਾਨਾ। ਗੁਰੂ ਗੋਬਿੰਦ ਸਿੰਘ ਕਹਿੰਦੇ, ਇਹ ਦੁਨੀਆ ਦੇ ਲੋਕੋ, ਅਸੀਂ ਉਸ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਹਾਂ ਜੋ ਇੱਕ ਓੰਕਾਰ ਹੈ, ਤੇ ਉਸ ਪਰਮਾਤਮਾ ਦੀ ਹਸਤੀ ਐਸੀ ਬੁਲੰਦ ਹੈ ਕਿ ਅਕਾਲ ਪੁਰਖ ਵਾਹਿਗੁਰੂ ਜਲ ਥਲ ਮਹੀਲ ਕੀਓ ਪਸਾਰਾ, ਉਹ ਜਲ ਦੇ ਵਿੱਚ ਵੀ ਵਸਦਾ ਹੈ ਤੇ ਥਲ ਤੋਂ ਭਾਵ ਧਰਤੀ ਤੇ ਵੀ ਵਸਦਾ ਹੈ। ਜਿਤਨੇ ਵੀ ਜੀਵ ਜੰਤੂ ਨੇ ਸਭਨਾਂ ਵਿੱਚ ਰੱਬ ਵਸਦਾ ਹੈ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦੀ ਦਿਆਲਤਾ, ਉਸ ਅਕਾਲ ਪੁਰਖ ਦੀ ਮੌਜ ਐਸੀ ਹੈ ਕਿ ਰਾਵ ਰੰਕ ਜਿਹ ਇਕਸਰ ਜਾਨਾ। ਪਰਮਾਤਮਾ ਦੇ ਦਰ ਤੇ ਭਾਵੇਂ ਕੋਈ ਰਾਜਾ ਚਲਿਆ ਜਾਵੇ, ਭਾਵੇਂ ਕੋਈ ਫਕੀਰ ਚਲਿਆ ਜਾਵੇ, ਪਰਮਾਤਮਾ ਦੋਵਾਂ ਨੂੰ ਇੱਕ ਨਿਗਾਹ ਨਾਲ ਵੇਖਦਾ ਹੈ। ਇਹ ਨਹੀਂ ਕਿ ਸੰਸਾਰ ਦਾ ਉਹਦਾ ਵੇਖ ਕਰਕੇ ਪਰਮਾਤਮਾ ਬਹੁਤਾ ਮਾਣ ਦੇ ਦੇਵੇ। ਪਰਮਾਤਮਾ ਅੰਦਰ ਦੀ ਭਾਵਨਾ ਵੇਖਦਾ ਹੈ, ਅਕਾਲ ਪੁਰਖ ਤੇਰੇ ਅੰਦਰ ਨੂੰ ਵੇਖਦਾ ਹੈ। ਸੋ ਗੁਰੂ ਰਾਮਦਾਸ ਜੀ ਕਹਿੰਦੇ, ਭਾਈ ਉਹ ਇੱਕ ਹੈ ਜੋ ਤੇਰੀ ਉਤਪਤੀ ਕਰ ਰਿਹਾ ਹੈ, ਤੈਨੂੰ ਪਾਲ ਰਿਹਾ ਹੈ, ਅੰਤ ਤੈਨੂੰ ਸਮੇਟ ਰਿਹਾ ਹੈ। ਉਤਪਤ ਵੀ ਹੀ ਕਰ ਰਿਹਾ, ਜਨਮ ਦੇ ਰਿਹਾ, ਪਾਲ ਰਿਹਾ ਹੈ, ਅੰਤ ਮੌਤ ਵੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਪਰ ਉਸ ਇੱਕ ਓੰਕਾਰ ਦੀ ਸੋਝੀ ਕਹਿੰਦੇ ਸਤਿਗੁਰ ਪ੍ਰਸਾਦ, ਸੱਚੇ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਹੋ ਨਹੀਂ ਸਕਦੀ। ਔਰ ਮੈਂ ਬੇਨਤੀ ਕਰਾਂ, ਜੇ ਗੁਰਬਾਣੀ ਵਿੱਚ ਸਤਿਗੁਰੂ ਨੇ ਓੰਕਾਰ ਦੇ ਸਾਹਮਣੇ ਇੱਕ ਸ਼ਬਦ ਲਾਇਆ, ਇਹ ਇੱਕ ਗਿਣਤੀ ਵਾਲਾ ਇੱਕ ਨਹੀਂ। ਗਿਣਤੀ ਦੇ ਵਿੱਚ ਇੱਕ ਤੋਂ ਬਾਅਦ ਦੋ ਵੀ ਆਉਂਦਾ, ਦੋ ਤੋਂ ਬਾਅਦ ਤਿੰਨ ਵੀ ਆਉਂਦਾ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹ ਇੱਕ ਸ਼ਬਦ ਵਰਤਿਆ ਕਿ ਇਹ ਜੇ ਇੱਕ ਸ਼ਬਦ ਵਰਤਿਆ ਹੈ ਤੇ ਸੱਚ ਜਾਣਿਓ ਆਦਿ ਕਾਲ ਤੋਂ ਪਰਮਾਤਮਾ ਇੱਕੋ ਹੈ, ਅੱਜ ਵੀ ਪਰਮਾਤਮਾ ਇੱਕੋ ਹੈ, ਤੇ ਆਉਣ ਵਾਲੇ ਜੁਗਾਂ ਜੁਗਾਂ ਤੱਕ ਪਰਮਾਤਮਾ ਇੱਕ ਹੀ ਰਹੇਗਾ, ਉਹਦਾ ਸ਼ਰੀਕ ਕੋਈ ਨਹੀਂ ਜੰਮ ਸਕਦਾ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਹੇ ਦੀਵਾਨ। ਉਹ ਪਰਮਾਤਮਾ ਕਿਸੇ ਦੀ ਡਿਊਟੀ ਲਾ ਕੇ ਕੋਈ ਕਾਰ ਬਖਸ਼ ਦਵੇ, ਉਹ ਪਰਮਾਤਮਾ ਦੀ ਮੌਜ ਹੈ, ਪਰ ਪਰਮਾਤਮਾ ਦੀ ਬਰਾਬਰੀ ਕਦੇ ਮਿੱਟੀ ਦਾ ਪੁਤਲਾ ਨਹੀਂ ਕਰ ਸਕਦਾ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਖਾਲਸਾ ਜੀ, ਇਸ ਸ਼ਬਦ ਦੇ ਵਿੱਚ ਪਹਿਲੀਆਂ ਪੰਕਤੀਆਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਸੰਬੋਧਨ ਹੋ ਕਰਕੇ ਆਪਣੀ ਅਵਸਥਾ ਦੱਸਦੇ ਆ। ਜਿੱਥੇ ਧੰਨ ਗੁਰੂ ਰਾਮਦਾਸ ਜੀ ਦਾ ਆਪਾਂ ਸ਼ਬਦ ਪੜ੍ਹਦੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਖਾਲਸਾ ਜੀ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਜਿਸ ਵਕਤ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਮਿਹਰਾ ਭਰਿਆ ਹੱਥ ਟਿਕਾਇਆ ਹੈ, ਉਸ ਵਕਤ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੀ ਜੋ ਅਵਸਥਾ ਸੀ, ਉਹ ਮਹਾਰਾਜ ਇਸ ਸ਼ਬਦ ਵਿੱਚ ਬਿਆਨ ਕਰਦੇ ਆ। ਅਤੇ ਨਾਲ ਹੀ ਇਸ ਸ਼ਬਦ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਹਿਰਦੇ ਦੀ ਨਿਮਰਤਾ ਦੀ ਵਿਆਖਿਆ ਹੁੰਦੀ ਹੈ। ਅੱਜ ਦੁਨੀਆ ਦੇ ਵਿੱਚ ਕੋਈ ਇੱਕ ਦਿਨ ਗੁਰੂ ਘਰ ਸੇਵਾ ਕਰੇ, ਕੋਈ ਇੱਕ ਦਿਨ ਜਪ ਤਪ ਕਰ ਲਵੇ, ਬੰਦਾ ਸੋਚਦਾ ਹੈ ਮੈਂ ਸੇਵਾ ਕੀਤੀ, ਮੇਰੀ ਮਿਹਨਤ ਹੈ, ਮੈਂ ਸਿਮਰਨ ਕੀਤਾ, ਮੇਰਾ ਉਦਮ ਹੈ। ਪਰ ਐਸੇ ਗੁਰੂ ਰਾਮਦਾਸ ਦੇ ਸ਼ਬਦ ਦੀ ਵਿਆਖਿਆ ਬੋਲ ਕੇ ਕਰ ਲੈਣੀ ਬਹੁਤ ਸਖੈਲੀ ਹੈ। ਪਰ ਖਾਲਸਾ ਜੀ, ਮਹਿਸੂਸ ਕਰੀਏ ਕਿ ਜਿਸ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਕੁੱਲ ਕਾਇਨਾਤ ਦੀ ਮਾਇਆ ਰੁਲ ਰਹੀ ਹੈ, ਜਿਸ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਕੁੱਲ ਦੁਨੀਆ ਦੇ ਬਾਦਸ਼ਾਹ ਝੁਕ ਰਹੇ ਆ, ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਜਦੋਂ ਪੁੱਛਿਆ, ਮਹਾਰਾਜ ਇਹ ਤੁਹਾਡੇ ਤੇ ਬਖਸ਼ਿਸ਼ਾਂ, ਇਹ ਰਹਿਮਤਾਂ, ਇਹ ਕਰਾਮਾਤਾਂ ਕਿਵੇਂ ਆਈਆਂ? ਸਤਿਗੁਰੂ ਕਹਿੰਦੇ ਮੇਰੇ ਵਿੱਚ ਇੱਕ ਵੀ ਤਾਕਤ ਨਹੀਂ, ਬਲਕਿ ਜਦੋਂ ਮੇਰੇ ਹੀਰੇ ਰਤਨ ਨਾਮ ਹਰ ਬਸਿਆ,
ਗੁਰ ਹਾਥ ਧਰਿਓ ਮੇਰਾ ਮਾਥਾ। ਜਦੋਂ ਗੁਰੂ ਅਮਰਦਾਸ ਨੇ ਕਿਰਪਾ ਕਰਕੇ ਮੇਰੇ ਮੱਥੇ ਤੇ ਹੱਥ ਧਰਿਆ ਸਿੱਖੋ, ਬਸ ਉਸ ਵੇਲੇ ਮੈਨੂੰ ਨਾਮ ਦੀ ਦਾਤ ਮਿਲ ਗਈ ਤੇ ਨਾਮ ਮੇਰੇ ਰੋਮ ਰੋਮ ਦੇ ਵਿੱਚ ਵਸ ਗਿਆ। ਇਹ ਹੈ ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਕਿ ਆਪਣਾ ਕੋਈ ਜ਼ੋਰ ਨਹੀਂ, ਆਪਣੀ ਕੋਈ ਮਿਹਨਤ ਨਹੀਂ, ਨਾਮ ਮਿਲ ਜਾਵੇ, ਇਹ ਗੁਰੂ ਦੀ ਬਖਸ਼ਿਸ਼ ਤੇ ਗੁਰੂ ਦੀ ਰਹਿਮਤ ਹੈ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਜਦੋਂ ਸਤਿਗੁਰੂ ਮੱਥੇ ਤੇ ਹੱਥ ਧਰਦੇ ਨੇ ਨਾ, ਤੇ ਖਾਲਸਾ ਜੀ ਜਿਸ ਵਕਤ ਹਿਰਦੇ ਵਿੱਚ ਨਾਮ ਵਸ ਜਾਂਦਾ, ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਕਹਿੰਦੇ ਜਨਮਾਂ ਜਨਮਾਂ ਤੋਂ ਜਿਹੜੇ ਪਾਪ ਕਮਾਏ ਸਨ, ਜਿਹੜੇ ਮਾੜੇ ਕਰਮ ਕਮਾਏ ਸਨ, ਜਦੋਂ ਗੁਰੂ ਨੇ ਇੱਕ ਵਾਰ ਨਿਗਾਹ ਭਰ ਕੇ ਵੇਖਿਆ ਤੇ ਸੱਚਮੁੱਚ ਜਨਮਾਂ ਜਨਮਾਂ ਦੀ ਮੈਲ ਧੁੱਪ ਗਈ। ਖਾਲਸਾ ਜੀ, ਇਹ ਗੁਰੂ ਨਾਨਕ ਦੀ ਨਿਗਾਹ ਵਿੱਚ ਤੇ ਇਹ ਤਾਕਤ ਹੈ। ਇਹ ਰੀਠਿਆਂ ਨੂੰ ਵੀ ਨਿਗਾਹ ਭਰ ਕੇ ਵੇਖ ਲਵੇ, ਰੀਠਿਆਂ ਦੀ ਕਿਸਮਤ ਬਦਲ ਜਾਂਦੀ ਹੈ, ਰੀਠਿਆਂ ਦੀ ਕੁੜੱਤਣ ਬਦਲ ਜਾਂਦੀ ਹੈ, ਉਹਨਾਂ 'ਚ ਮਿਠਾਸ ਆ ਜਾਂਦੀ ਹੈ। ਸੱਚ ਹੈ, ਗੁਰੂ ਨੇ ਜਿਹਦੇ ਵੀ ਮੱਥੇ ਤੇ ਹੱਥ ਧਰਿਆ, ਗੁਰਬਾਣੀ ਕਹਿੰਦੀ ਹੈ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਦੋਂ ਗੁਰੂ ਕੋਲ ਆਏ ਹੋਣ, ਭਾਵੇਂ ਪਾਪੀ ਹੋਣ, ਭਾਵੇਂ ਚੋਰ ਹੋਣ, ਭਾਵੇਂ ਆਮ ਮਿੱਟੀ ਦੇ ਪੁਤਲੇ ਹੋਣ, ਪਰ ਜਦੋਂ ਗੁਰੂ ਨੇ ਮੇਰਾ ਵਾਲਾ ਹੱਥ ਧਰ ਦਿੱਤਾ, ਕਹਿੰਦੇ ਉਹ ਦੇਵਤਿਆਂ ਤੋਂ ਵੀ ਉੱਚੇ ਹੋ ਗਏ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਗੁਰੂ ਨੇ ਹੱਥ ਧਰਿਆ ਨਾ, ਜਨਮਾਂ ਜਨਮਾਂ ਦੀ ਮੈਲ ਧੁੱਪ ਗਈ ਤੇ ਗੁਰਨਾਮ ਦਿਓ ਰਿਨ ਲਾਥਾ। ਕਹਿੰਦੇ ਇਸ ਜੀਵ ਦੇ ਉੱਤੇ ਕਰਜ਼ਾ ਬਹੁਤ ਚੜਿਆ ਹੋਇਆ। ਖਿਨ ਪਲ ਹਰ ਪ੍ਰਭ ਰਿੱਧ ਨਾ ਬਸਿਓ, ਰਿਨ ਬਾਧੇ ਬਹੁ ਵਿਦਬਾਲ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਆਤਮਾ ਇੱਕ ਖਿਨ ਪਲ ਵੀ ਨਾਮ ਨਹੀਂ ਜਪਦੀ, ਉਹਦੇ ਤੇ ਕਰਜ਼ਾ ਬਹੁਤ ਹੈ। ਤੇ ਇੱਕ ਚੀਜ਼ ਤੁਸੀਂ ਮਹਿਸੂਸ ਕਰਨਾ ਕਿ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ। ਇੱਕ ਤਾਂ ਜਨਮਾਂ ਜਨਮਾਂ ਦੀ ਮੈਲ ਹੈ ਤੇ ਦੂਸਰਾ ਇੱਕ ਕਰਜ਼ਾ ਬਹੁਤ ਵੱਡਾ ਹੈ। ਆਮ ਕਰਕੇ ਦੁਨੀਆ ਵਿੱਚ ਜਿਹਦੇ ਸਿਰ ਤੇ ਕਰਜ਼ਾ ਹੋਵੇ ਨਾ, ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਜਿਹਦੇ ਸਿਰ ਤੇ ਕਰਜ਼ਾ ਹੋਵੇ ਉਹ ਸਾਰਾ ਦਿਨ ਸਾਰੀ ਰਾਤ ਕੰਮ ਕਰਨ ਬਾਰੇ ਸੋਚਦਾ ਹੈ। ਤੇ ਤੁਸੀਂ ਇਹ ਵੇਖੋ, ਆਮ ਤੌਰ ਤੇ ਸੰਸਾਰਕ ਤੌਰ ਤੇ ਕੋਈ ਵਿਅਕਤੀ ਗਰੀਬ ਹੋਵੇ ਤੇ ਉਹ ਵੀ ਉਸੇ ਤਰ੍ਹਾਂ ਮਾਇਆ ਕਮਾਉਣ ਬਾਰੇ, ਕੰਮ ਕਰਨ ਬਾਰੇ ਸੋਚਦਾ, ਨੀਂਦ ਉਸ ਨੂੰ ਵੀ ਨਹੀਂ ਆਉਂਦੀ। ਪਰ ਦੂਸਰੇ ਪੱਖ ਵਿੱਚ ਜੇ ਦੁਨਿਆਵੀ ਤੌਰ ਤੇ ਕੋਈ ਬਹੁਤਾ ਅਮੀਰ ਵੀ ਹੋਵੇ, ਭਾਵੇਂ ਸਾਰਾ ਦੇਸ਼ ਖਰੀਦਣ ਦੀ ਉਹਦੇ ਕੋਲ ਮਾਇਆ ਹੋਵੇ, ਪਰ ਉਹ ਵੀ ਰਾਤ ਨੂੰ ਨੀਂਦ ਉਹਨੂੰ ਵੀ ਨਹੀਂ ਆਉਂਦੀ, ਅੰਦਰ ਬੇਚੈਨੀ ਲੱਗੀ ਰਹਿੰਦੀ ਹੈ, ਚਿੰਤਾ ਲੱਗੀ ਰਹਿੰਦੀ ਹੈ। ਉਹਦਾ ਕਾਰਨ ਪਤਾ ਕੀ ਹੈ? ਇਨਸਾਨ ਸੋਚਦਾ ਮੈਂ ਇੱਕ ਘਰ ਬਣਾਵਾਂਗਾ, ਮਨ ਦੀ ਬੇਚੈਨੀ ਦੂਰ ਹੋ ਜਾਵੇਗੀ। ਜੇ ਮੈਂ 2 ਘਰ ਬਣਾਵਾਂਗਾ, ਮਨ ਦੀ ਬੇਚੈਨੀ ਦੂਰ ਹੋ ਜਾਵੇਗੀ। 4 ਕਾਰੋਬਾਰ ਖੋਲਾਂਗਾ, ਮਨ ਦੀ ਬੇਚੈਨੀ ਦੂਰ ਹੋ ਜਾਵੇਗੀ। ਪਰ ਹੁੰਦਾ ਕੀ ਹੈ? ਤ੍ਰਿਸ਼ਨਾ ਵੱਧਦੀ ਹੈ, ਬੇਚੈਨੀ ਨਹੀਂ ਦੂਰ ਹੁੰਦੀ। ਬੇਚੈਨੀ ਉਦੋਂ ਦੂਰ ਹੋਣੀ ਹੈ ਜਦੋਂ ਆਤਮਾ ਦਾ ਕਰਜ਼ਾ ਉਤਰ ਜਾਵੇਗਾ, ਆਤਮਾ ਦਾ ਰਿਣ ਉਤਰ ਜਾਵੇਗਾ। ਉਹ ਉਦੋਂ ਉਤਰਨਾ ਜਦੋਂ ਪ੍ਰਮਾਤਮਾ ਨੇ ਨਾਮ ਦੀ ਦਾਤ ਦੇਣੀ ਹੈ। ਤੇ ਸਾਨੂੰ ਕਰਜ਼ਾ ਚੜਿਆ ਹੋਇਆ ਇੱਕ ਦਿਨ ਦੇ 24,000 ਸਵਾਸਾਂ ਦਾ, ਜਿਹੜੇ ਉਸ ਪ੍ਰਮਾਤਮਾ ਤੋਂ ਉਧਾਰ ਲੈ ਕੇ ਆਏ ਸਾਂ ਕਿ ਪ੍ਰਮਾਤਮਾ ਸਾਨੂੰ ਮਨੁੱਖਾ ਦੇਹੀ ਦੇ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਮਨੁੱਖਾ ਦੇਹੀ ਦੇ ਸਾਨੂੰ ਸਰਦਾਰੀ ਦੇ ਇਸ 84 ਲੱਖ ਜੂਨਾਂ ਦੀ, ਪਰ 84 ਲੱਖ ਜੂਨਾਂ ਦੀ ਸਰਦਾਰੀ ਲੈ ਕੇ ਬੰਦਾ ਕਰਜ਼ਾ ਹੋਰ ਚੜਾਈ ਜਾਂਦਾ, ਉਤਾਰਦਾ ਬਿਲਕੁਲ ਵੀ ਨਹੀਂ। ਗੁਰੂ ਰਾਮਦਾਸ ਜੀ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ, ਨਾਮ ਵਸਦਾ, ਤੇ ਜਦੋਂ ਨਾਮ ਹਿਰਦੇ 'ਚ ਵਸਦਾ ਤਾਂ ਹੀ ਆਤਮਾ ਦਾ ਕਰਜ਼ਾ ਉਤਰਦਾ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਇਸ ਕਰਕੇ ਭਾਈ ਆਪਣੇ ਮਨ ਨੂੰ ਸਮਝਾ ਕੇ, ਹੇ ਮੇਰਿਆ ਮਨਾ, ਤੂੰ ਉਸ ਪਰਮਾਤਮਾ ਦੇ ਨਾਮ ਨੂੰ ਘੁੱਟ ਕੇ ਗਲਵੱਕੜੀ ਪਾ, ਆਪਣੇ ਕੰਠ ਵਿੱਚ ਵਸਾ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਨਾਮ ਜਪਣ ਦੇ ਨਾਲ ਜੋ ਮੰਗੋ ਉਹ ਮਿਲਦਾ ਹੈ। ਪਰ ਇੱਕ ਹੋਰ ਬੜੀ ਵੱਡੀ ਗੱਲ ਹੈ, ਜਿਹੜਾ ਨਾਮ ਜਪਣ ਲੱਗ ਜਾਂਦਾ ਹੈ ਉਹਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ, ਉਹ ਤੇ ਦਾਤਾਂ ਦੇਣ ਵਾਲਾ ਬਣ ਜਾਂਦਾ ਹੈ। ਖਾਲਸਾ ਜੀ, ਜਿਹੜਾ ਨਾਮ ਜਪੇ ਉਹ ਮੰਗਤਾ ਨਹੀਂ ਰਹਿੰਦਾ, ਉਹ ਦੁਨੀਆ ਦਾ ਬਾਦਸ਼ਾਹ ਬਣ ਜਾਂਦਾ ਹੈ। ਕਹਿੰਦੇ ਭਾਈ ਨੰਦ ਲਾਲ ਜੀ ਦਿੱਲੀ ਦਰਬਾਰ ਦੀ ਨੌਕਰੀ ਛੱਡ ਕੇ
ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਸੰਗਤਾਂ ਦੇ ਜੂਠੇ ਭਾਂਡੇ ਮਾਂਜਣੇ ਅਤੇ ਖਾਲਸਾ ਜੀ ਸੰਗਤਾਂ ਦੇ ਜੋੜੇ ਝਾੜਨੇ। ਇੱਕ ਦਿਨ ਕਿਸੇ ਸੱਜਣ ਨੇ ਕਿਹਾ ਭਾਈ ਨੰਦ ਲਾਲ ਜੀ ਨੂੰ ਕਿ ਦਿੱਲੀ ਬਾਦਸ਼ਾਹ ਦੇ ਦਰਬਾਰ ਵਿੱਚ ਮੋਹਰਾਂ ਮਿਲਦੀਆਂ ਨੇ, ਜਗੀਰਾਂ ਮਿਲਦੀਆਂ ਨੇ, ਨਵਾਬੀਆਂ ਮਿਲਦੀਆਂ ਨੇ, ਪਰ ਤੂੰ ਦਿੱਲੀ ਦਰਬਾਰ ਦੀ ਚਾਕਰੀ ਛੱਡ ਕੇ ਅਨੰਦਪੁਰ ਦੇ ਦਰਬਾਰ ਦੇ ਵਿੱਚ ਸੰਗਤਾਂ ਦੇ ਜੋੜੇ ਝਾੜਦਾ, ਇੱਥੇ ਮਿਲਦਾ ਕੀ ਹੈ? ਤੇ ਭਾਈ ਨੰਦ ਲਾਲ ਜੀ ਕਹਿੰਦੇ ਗੱਲਾਂ ਦੋ ਨੇ। ਦਿੱਲੀ ਦਰਬਾਰ ਵਿੱਚ ਮੈਂ ਦਿੱਲੀ ਦਰਬਾਰ ਦੀਆਂ ਸਿਫਤਾਂ ਕਰਦਾ ਸਾਂ ਤੇ ਉਸ ਵਕਤ ਜਿਹੜੇ ਉਸ ਸਮੇਂ ਦਾ ਬਾਦਸ਼ਾਹ ਸੀ, ਬਾਦਸ਼ਾਹ ਦੇ ਵਜ਼ੀਰ ਸਨ, ਭਾਈ ਨੰਦ ਲਾਲ ਕਹਿੰਦੇ ਉਸ ਦਰਬਾਰ ਦੀਆਂ ਸਿਫਤਾਂ ਕਰਦਾ ਸਾਂ। ਜਦੋਂ ਬਾਦਸ਼ਾਹ ਵੱਲ ਵੇਖਦਾ ਸਾਂ, ਵਜ਼ੀਰਾਂ ਵੱਲ ਵੇਖਦਾ ਸਾਂ, ਮੰਤਰੀਆਂ ਵੱਲ ਵੇਖਦਾ ਸਾਂ, ਸੱਚ ਜਾਣਿਓ ਉਹਨਾਂ ਸਾਰਿਆਂ ਨੂੰ ਵੇਖ ਕਰਕੇ ਮੈਨੂੰ ਮੰਗਤਿਆਂ ਦਾ ਅਹਿਸਾਸ ਹੁੰਦਾ ਸੀ, ਜਿਹੜੇ ਸਾਰੇ ਦੇ ਸਾਰੇ ਆਪੋ ਆਪਣੇ ਰਾਜ ਦੀ ਮੰਗ ਲੈ ਕੇ ਤੁਰੇ ਫਿਰਦੇ ਨੇ। ਪਰ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਉਸ ਅਕਾਲ ਪੁਰਖ ਦੇ ਦਰਬਾਰ ਦੀ ਸਿਫਤਾਂ ਕਰਨ ਲੱਗਾ, ਉਹ ਸੱਜਣਾ ਦਿੱਲੀ ਦਰਬਾਰ ਦੇ ਵਜ਼ੀਰ ਮੰਤਰੀਆਂ ਨੂੰ ਵੇਖ ਕੇ ਵੀ ਭਖਾਰੀਆਂ ਦਾ ਅਹਿਸਾਸ ਹੁੰਦਾ ਹੈ, ਪਰ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਮੰਗਤਿਆਂ ਨੂੰ ਵੇਖ ਕਰਕੇ ਵੀ ਬਾਦਸ਼ਾਹਾਂ ਦਾ ਅਹਿਸਾਸ ਹੁੰਦਾ ਹੈ। ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਇਸ ਦਰਬਾਰ ਦੇ ਮੰਗਤੇ ਵੀ ਬਾਦਸ਼ਾਹੀਆਂ ਵੰਡਣ ਦੀ ਤਾਕਤ ਰੱਖਦੇ ਆ। ਦੂਸਰਾ, ਦਿੱਲੀ ਦਰਬਾਰ ਵਿੱਚੋਂ ਭਾਵੇਂ ਦੌਲਤ ਬਹੁਤ ਮਿਲਦੀ ਸੀ, ਜ਼ਮੀਨਾਂ ਬਹੁਤ ਮਿਲਦੀਆਂ ਨੇ, ਜਗੀਰਾਂ ਬਹੁਤ ਮਿਲਦੀਆਂ ਨੇ, ਪਰ ਚੇਤੇ ਰੱਖੀ ਉੱਥੇ ਉਹ ਚੀਜ਼ ਨਹੀਂ ਮਿਲਦੀ ਜਿਸ ਚੀਜ਼ ਨੇ ਇਸ ਆਤਮਾ ਦੀ ਬੰਦ ਖਲਾਸੀ ਕਰਾਉਣੀ ਹੈ। ਉਹ ਨਾਮ ਦੀ ਦਾਤ ਕੇਵਲ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜੀ ਦੇ ਵਿੱਚੋਂ ਮਿਲਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਆਪਣੇ ਮਨ ਨੂੰ ਸਮਝਾ ਕਿ ਤੂੰ ਵੀ ਉਸ ਅਕਾਲ ਪੁਰਖ ਦੇ ਨਾਮ ਦਾ ਭਜਨ ਕਰਿਆ ਕਰ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵੀ ਕਿਰਪਾ ਕਰਨ ਤੇ ਖਾਲਸਾ ਜੀ ਨਾਮ ਦ੍ਰਿੜ ਹੋ ਸਕਦਾ ਹੈ, ਕਿਉਂਕਿ ਜਦੋਂ ਤੱਕ ਨਾਮ ਦ੍ਰਿੜ ਨਾ ਹੋਵੇ ਨਾ, ਬੰਦਾ ਭਾਵੇਂ ਰੋਜ਼ ਜਪਜੀ ਸਾਹਿਬ ਕਰ ਲਵੇ, ਪਰ ਜਦੋਂ ਪੋਥੀ ਇੱਕ ਪਾਸੇ ਰੱਖੇਗਾ ਦੁਬਾਰਾ ਫਿਰ ਨਿੰਦਿਆ ਚੁਗਲੀ ਵਿੱਚ ਪੈ ਜਾਵੇਗਾ, ਨਾਮ ਭੁੱਲ ਜਾਵੇਗਾ। ਇਸ ਕਰਕੇ ਸੇਵਾ ਜ਼ਰੂਰੀ ਹੈ। ਜੇ ਨਾਮ ਦ੍ਰਿੜ ਕਰਨਾ, ਸੇਵਾ ਤੋਂ ਬਾਅਦ ਸਿਮਰਨ ਜ਼ਰੂਰੀ ਹੈ, ਤੇ ਸਭ ਤੋਂ ਵੱਡੀ ਬਾਤ ਗੁਰੂ ਦਾ ਰਹਿਮਤਾਂ ਭਰਿਆ ਹੱਥ ਸਿਰ ਤੇ ਧਰਿਆ ਜ਼ਰੂਰੀ ਹੈ। ਜਦੋਂ ਗੁਰੂ ਹੱਥ ਧਰਦਾ, ਨਾਮ ਮਿਲਦਾ ਹੈ, ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਨਾਮ ਨਹੀਂ ਮਿਲਿਆ ਉਹਨਾਂ ਦਾ ਜੀਵਨ ਵਿਅਰਥ ਚਲਿਆ ਜਾਂਦਾ ਹੈ, ਉਹ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦੇ ਨੇ। ਰਹਾਉ ਵਿਸ਼ਰਾਮ ਦਿੰਦੇ ਸਤਿਗੁਰੂ ਅੱਗੇ ਬਖਸ਼ਿਸ਼ਾਂ ਕਰਦੇ ਹਨ। ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਕਹਿੰਦੇ ਜਿਹੜੇ ਗੁਰੂ ਦੇ ਲੜ ਨਹੀਂ ਲੱਗਦੇ, ਗੁਰੂ ਦਾ ਪੱਲਾ ਨਹੀਂ ਪਕੜਦੇ, ਸ਼ਬਦ ਦਾ ਅਭਿਆਸ ਨਹੀਂ ਕਰਦੇ, ਮਨ ਦੇ ਮਗਰ ਲੱਗੇ ਫਿਰਦੇ ਆ, ਸਤਿਗੁਰੂ ਕਹਿੰਦੇ ਉਹਨਾਂ ਨੂੰ ਇਹ ਮਾਇਆ ਰੂਪੀ ਨਾਗਣੀ ਐਸਾ ਡਸਦੀ ਆ ਕਿ ਜਦੋਂ ਅੰਤਲਾ ਸਮਾਂ ਆਉਂਦਾ ਹੱਥ ਵਿੱਚ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸੋ ਸਤਿਗੁਰੂ ਕਹਿੰਦੇ ਜਿਹੜੇ ਗੁਰੂ ਦਾ ਪੱਲਾ ਨਹੀਂ ਨਾ ਫੜਦੇ, ਉਹ ਸਾਰੇ ਦੇ ਸਾਰੀ ਜ਼ਿੰਦਗੀ ਸੰਸਾਰ ਦੀ ਮਾਇਆ ਦੀ ਉਲਝਣਾ ਦੇ ਵਿੱਚ ਹੀ ਵਿਅਰਥ ਗਵਾ ਦਿੰਦੇ ਹਨ। ਤਿਨ ਸਾਧੂ ਚਾਰਣ ਨ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਸਤਿਗੁਰੂ ਨੂੰ ਪੁੱਛਿਆ ਮਹਾਰਾਜ ਕਿਹੜੇ ਗੁਰੂ ਦਾ ਪੱਲਾ ਨਹੀਂ ਫੜਦੇ, ਮਨ ਦੇ ਮਗਰ ਲੱਗੇ ਹੋਇਆਂ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਕਹਿੰਦੇ ਇਹਨਾਂ ਦੀ ਨਿਸ਼ਾਨੀ ਹੈ ਇਹ ਕਦੇ ਵੀ ਆ ਕਰਕੇ ਗੁਰੂ ਦੇ ਪਿਆਰਿਆਂ ਦੀ, ਰੱਬ ਦੇ ਪਿਆਰਿਆਂ ਦੀ, ਜਿਨ੍ਹਾਂ ਨੇ ਮਨ ਨੂੰ ਸਾਧਿਆ ਉਹਨਾਂ ਸਾਧੂਆਂ ਦੀ, ਮਹਾਪੁਰਖਾਂ ਦੀ ਆ ਕਰਕੇ ਚਰਨਾਂ ਦੀ ਸੇਵਾ ਨਹੀਂ ਕਰਦੇ, ਆਪਣੇ ਹੰਕਾਰ ਵਿੱਚ ਤੁਰੇ ਫਿਰਦੇ ਨੇ। ਜਿਹੜੇ ਗੁਰੂ ਚਰਨਾਂ ਚ ਆ ਕੇ ਸੰਗਤਾਂ ਦੇ ਜੋੜੇ ਨਹੀਂ ਝਾੜਦੇ, ਸੰਗਤਾਂ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ,
ਗੁਰਮੁਖਾਂ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ, ਸਤਿਗੁਰੂ ਕਹਿੰਦੇ ਉਹਨਾਂ ਦਾ ਜਨਮ ਅਜਾਈਂ ਚਲਿਆ ਜਾਂਦਾ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਅਤੇ ਜਿਹੜਾ ਗੁਰੂ ਪਿਆਰਿਆਂ ਦੇ ਚਰਨਾਂ ਦੀ ਸੇਵਾ ਕਰ ਲਵੇ ਕਿਸੇ ਸਾਧੂ ਦੇ, ਜਿਨੇ ਮਨ ਨੂੰ ਸਾਧਿਆ ਹੋਵੇ, ਭੇਖੀ ਨਾ ਹੋਵੇ। ਭੇਖੀ ਵੀ ਬਹੁਤ ਨੇ। ਬਾਬੇ ਬਕਾਲੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਸ਼ਾਹ ਲਬਾਣੇ ਨੇ ਪ੍ਰਗਟ ਕੀਤਾ। ਸਾਚਾ ਗੁਰਲਾਦੋਰੇ ਦਾ ਹੋਕਾ ਦਿੱਤਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ, ਪਾਤਸ਼ਾਹ ਏਡਾ ਕਲਯੁਗ, 22 ਮੰਜੀਆਂ ਤੁਹਾਡੇ ਬਰਾਬਰ ਲੱਗ ਚੁੱਕੀਆਂ, 22 ਸ਼ਰੀਕ ਬਣ ਗਏ। ਸਤਿਗੁਰੂ ਕਹਿੰਦੇ, ਮੱਖਣ ਸ਼ਾਹ ਕਲਯੁਗ ਐਸਾ ਭਾਰਾ ਆਵੇਗਾ, ਹਲੇ 22 ਲੱਗੀਆਂ ਨੇ, ਕਲਯੁਗ ਵਿੱਚ 22,000 ਵੀ ਲੱਗ ਜਾਣਗੀਆਂ। ਪਰ ਐਸੇ ਕਲਯੁਗ ਦੇ ਵਿੱਚ ਵੀ ਜਿਹੜੇ ਜਪਜੀ ਸਾਹਿਬ ਦਾ ਪੱਲਾ ਪਕੜ ਕੇ ਰੱਖਣਗੇ, ਉਹਨਾਂ ਨੂੰ ਵੱਡੇ ਤੋਂ ਵੱਡਾ ਪਖੰਡ ਵੀ ਡੁਲਾ ਨਹੀਂ ਸਕੇਗਾ, ਉਹ ਗੁਰੂ ਤੋਂ ਟੁੱਟਣਗੇ ਨਹੀਂ। ਪਰ ਸਤਿਗੁਰੂ ਕਹਿੰਦੇ ਜਿਹੜੇ ਸਾਧੂ ਨੇ ਨਾ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਕਹਿੰਦੇ ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਕੀਤੀ ਹੈ, ਉਹਨਾਂ ਦਾ ਜਨਮ ਸਫਲਾ ਹੁੰਦਾ ਹੈ। ਉਹਦਾ ਕਾਰਨ ਹੈ ਕਿ ਸਾਧੂਆਂ ਕੋਲ, ਮਹਾਤਮਾ ਕੋਲ ਇੱਕ ਜੁਗਤੀ ਹੁੰਦੀ ਹੈ। ਕਈ ਵਾਰ ਬੰਦੇ ਦੇ ਕੋਲ ਕੀਮਤੀ ਤੋਂ ਕੀਮਤੀ ਵਸਤਰ ਹੋਵੇ ਨਾ ਖਾਲਸਾ ਜੀ, ਜੇ ਲਾ ਲਓ ਮਾਤਾ ਪਿਤਾ ਦਾ ਕੋਈ ਛੋਟਾ ਜਿਹਾ ਬੱਚਾ ਹੋਵੇ, ਉਹਨੂੰ ਕੀਮਤੀ ਤੋਂ ਕੀਮਤੀ ਕੱਪੜਾ ਲੈ ਕੇ ਦਿੱਤਾ ਜਾਵੇ, ਇੱਕ ਛੋਟੇ ਬੱਚੇ ਨੂੰ ਉਹ ਕੱਪੜਾ ਪਾਉਣ ਦੀ ਜਾਂਚ ਨਹੀਂ ਹੁੰਦੀ। ਕੱਪੜਾ ਪਾਉਣ ਦੀ ਜੁਗਤੀ ਫਿਰ ਮਾਤਾ ਪਿਤਾ ਦੱਸਦੇ ਨੇ। ਭਾਵੇਂ ਕੱਪੜਾ ਹੋਵੇ, ਕੱਪੜਾ ਪਾਉਣ ਦੀ ਜੁਗਤੀ ਨਹੀਂ, ਕੱਪੜਾ ਕਿਸੇ ਕੰਮ ਦਾ ਨਹੀਂ, ਕੱਪੜਾ ਪਾਉਣ ਦੀ ਜੁਗਤੀ ਆ ਜਾਵੇ ਤੇ ਸਰੀਰ ਤੇ ਬਹੁਤ ਸੋਹਣਾ ਲੱਗਦਾ ਹੈ। ਬਸ ਇਸੇ ਤਰ੍ਹਾਂ ਗੁਰੂ ਕੋਲ ਆਉਂਦੇ ਆ, ਪਰ ਕਈ ਵਾਰ ਸਾਡੇ ਕੋਲ ਮੰਗਣ ਦੀ ਜੁਗਤੀ ਨਹੀਂ ਹੁੰਦੀ। ਮੈਂ ਇੱਕ ਗੁਰਸਿੱਖ ਦੇ ਜੀਵਨ ਦੀ ਘਟਨਾ ਜ਼ਰੂਰ ਸਾਂਝੀ ਕਰਾਂਗਾ। ਤੁਸੀਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਇੱਕ ਮਹਾਨ ਗੁਰਸਿੱਖ ਭਾਈ ਬਲਬੀਰ ਸਿੰਘ ਜੀ ਭੰਗੜ, ਸ਼੍ਰੋਮਣੀ ਰਾਗੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਮਹਾਨ ਸੇਵਾਵਾਂ ਕੀਤੀਆਂ, ਉਹਨਾਂ ਦਾ ਨਾਮ ਹਰ ਇੱਕ ਗੁਰਸਿੱਖ ਦੀ ਜ਼ੁਬਾਨ ਤੇ ਰਹਿੰਦਾ ਹੈ, ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ, ਸ਼੍ਰੀ ਸਰਬਲੋ ਗ੍ਰੰਥ ਸਾਹਿਬ ਜੀ ਤੱਕ ਦੇ ਸ਼ਬਦਾਂ ਦਾ ਗਾਇਨ ਕੀਤਾ। 5000 ਤੋਂ ਵੱਧ ਸ਼ਬਦ ਉਹਨਾਂ ਨੂੰ ਜ਼ਬਾਨੀ ਯਾਦ ਸਨ। ਕਹਿੰਦੇ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ, ਬਹੁਤ ਪੁਰਾਣੀ ਘਟਨਾ ਹੈ ਉਹਨਾਂ ਦੇ ਜੀਵਨ ਦੀ। ਜਿਸ ਵਕਤ ਉਹਨਾਂ ਨੂੰ ਸ਼੍ਰੋਮਣੀ ਰਾਗੀ ਦਾ ਖਿਤਾਬ ਵੀ ਮਿਲਦਾ ਸੀ, ਪੰਥ ਦੇ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਬਣ ਚੁੱਕਿਆ ਸੀ। ਭਾਈ ਬਲਬੀਰ ਸਿੰਘ ਜੀ ਨੇ ਦੱਸਿਆ, ਕਹਿੰਦੇ ਭਾਵੇਂ ਕੀਰਤਨ ਕਰਦੇ ਸਾਂ, ਸੰਗਤਾਂ ਦੇ ਸਨਮੁਖ ਜਾ ਕੇ ਕੀਰਤਨ ਦੀ ਹਾਜ਼ਰੀ ਭਰਦੇ ਸਾਂ, ਪਰ ਫਿਰ ਵੀ ਇਹ ਹਾਲਾਤ ਸਨ ਘਰ ਦੇ ਕਿ ਘਰ ਦੇ ਵਿੱਚ ਇੱਕ ਕਮਰਾ, ਕਮਰੇ ਵਿੱਚ ਇੱਕ ਮੰਜਾ, ਤੇ ਬਾਕੀ ਸਾਰੇ ਦੇ ਸਾਰੇ ਪਰਿਵਾਰ ਦੇ ਜੀ ਹੇਠਾਂ ਲੰਮੇ ਪਿਆ ਕਰਦੇ ਸਨ। ਜੇ ਕਿਸੇ ਪ੍ਰਾਹੁਣੇ ਨੇ ਆ ਜਾਣਾ ਤੇ ਉਸ ਮੰਜੇ ਤੇ ਬਿਠਾ ਦੇਣਾ। ਭਾਈ ਬਲਬੀਰ ਸਿੰਘ ਜੀ ਕਹਿੰਦੇ ਘਰ ਦੇ ਹਾਲਾਤਾਂ ਨੂੰ ਵੇਖ ਕਰਕੇ ਚਿੰਤਾ ਹੁੰਦੀ ਸੀ ਮਨ ਦੇ ਵਿੱਚ। ਇੱਕ ਮੈਂ ਹੋਰ ਬੇਨਤੀ ਕਰਾਂ, ਇਹ ਸਾਡੀ ਕੌਮ ਦੀ ਤਰਾਸਦੀ ਹੈ ਕਿ ਅਸੀਂ ਗੁਰੂ ਘਰਾਂ ਤੇ ਸੋਨਾ ਲਾਉਣ ਵਾਸਤੇ ਮਾਇਆ ਬਹੁਤ ਦਿੰਨੇ ਆ, ਤੇ ਦੇਣੀ ਵੀ ਚਾਹੀਦੀ ਹੈ। ਇਹ ਗੁਰੂ ਕੇ ਮਹਿਲ ਸੋਹਣੇ ਲੱਗਣੇ ਚਾਹੀਦੇ ਆ, ਪਰ ਮੈਂ ਬੇਨਤੀ ਕਰਾਂ ਕਿ ਗੁਰੂ ਘਰ ਦੀ ਇਮਾਰਤ ਤੇ ਸੋਨਾ ਲੱਗਾ ਹੋਵੇ ਤੇ ਖਾਲਸਾ ਜੀ ਉਸ ਇਮਾਰਤ ਦੇ ਵਿੱਚ ਬੈਠ ਕੇ ਪਾਠ ਕਰਨ ਵਾਲਾ, ਕਥਾ ਕਰਨ ਵਾਲਾ, ਕੀਰਤਨ ਕਰਨ ਵਾਲਾ, ਉਹਦੇ ਘਰ ਦੇ ਵਿੱਚ 2 ਵਕਤ ਦੀ ਰੋਟੀ ਵੀ ਬਹੁਤ ਔਖੀ ਪੱਕਦੀ ਹੋਵੇ, ਤੇ ਕੌਮ ਨੂੰ ਪਹਿਲਾਂ ਫਿਰ ਗੁਰੂ ਘਰ ਦੇ ਵਿੱਚ ਕੀਰਤਨ, ਕਥਾ, ਪਾਠ ਕਰਨ ਵਾਲਿਆਂ ਦੀ ਇਮਾਰਤਾਂ ਨੂੰ ਸੁਧਾਰਨਾ ਚਾਹੀਦਾ। ਗੁਰੂ ਦੀ ਬਖਸ਼ਿਸ਼ ਹੋਰ ਵਰਤੇਗੀ। ਇਸ ਕਰਕੇ ਭਾਈ ਬਲਬੀਰ ਸਿੰਘ ਜੀ ਕਹਿੰਦੇ ਐਸੇ ਹਾਲਾਤਾਂ ਨੂੰ ਵੇਖ ਕਰਕੇ ਮਨ ਵਿੱਚ ਚਿੰਤਤ ਸੀ। ਕਹਿੰਦੇ ਇੱਕ ਦਿਨ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਕੀਰਤਨ ਕਰ ਰਹੇ ਸਾਂ, ਦੁਪਹਿਰ ਦੀ ਡਿਊਟੀ ਸੀ। ਕੀਰਤਨ ਕਰਦੇ ਹੋਏ ਵੀ ਮਨ ਵਿੱਚ ਚਿੰਤਾ ਸੀ ਹਾਲਾਤਾਂ ਨੂੰ। ਕੀਰਤਨ ਕਰਕੇ ਬਾਹਰ ਆਏ, ਬਾਬਾ ਬੁੱਢਾ ਸਾਹਿਬ ਦੀ ਬੇਰੀ ਦੇ ਹੇਠਾਂ ਬਾਬਾ ਦਲੇਲ ਸਿੰਘ ਜੀ ਸ਼ਾਹਬਾਦ ਵਾਲੇ ਸਜੇ ਹੋਏ ਸਨ, ਸਾਧੂ ਮਹਾਤਮਾ। ਕਹਿੰਦੇ ਉਹਨਾਂ ਨੂੰ ਜਦੋਂ ਵੇਖਿਆ, ਭਾਈ ਬਲਬੀਰ ਸਿੰਘ ਜੀ ਉਹਨਾਂ ਦੇ ਕੋਲ ਗਏ। ਮਹਾਤਮਾ ਕਹਿਣ ਲੱਗੇ, ਭਾਈ ਸਾਹਿਬ ਸ਼ਬਦ ਦਾ ਬਹੁਤ ਆਨੰਦ ਬੰਨਿਆ, ਬਹੁਤ ਰਸ ਭਿੰਨਾ ਕੀਰਤਨ ਕੀਤਾ। ਭਾਈ ਬਲਬੀਰ ਸਿੰਘ ਕਹਿੰਦੇ ਮੈਂ ਪੁੱਛਿਆ ਕਿ ਤੁਸੀਂ ਸ਼ਬਦ ਸੁਣਿਆ? ਮਹਾਤਮਾ ਕਹਿੰਦੇ ਮੈਂ ਸੁਣਿਆ। ਭਾਈ ਸਾਹਿਬ ਕਹਿੰਦੇ ਪਰ ਅੱਜ ਮੈਂ ਸ਼ਬਦ ਨਹੀਂ ਸੁਣ ਸਕਿਆ। ਮੇਰੇ ਮਨ ਦੇ ਵਿੱਚ ਚਿੰਤਾ ਸੀ ਘਰ ਦੇ ਹਾਲਾਤਾਂ ਨੂੰ ਲੈ ਕੇ। ਮਹਾਂਪੁਰਸ਼ੋ ਅਰਦਾਸ ਕਰੋ ਘਰ ਦੇ ਹਾਲਾਤ ਚੜ੍ਹਦੀ ਕਲਾ ਵਿੱਚ ਹੋਣ।
ਸਾਧੂ ਨੇ ਅੱਗੋਂ ਕਿਹਾ, ਭਾਈ ਸਾਹਿਬ ਮੇਰੇ ਤੋਂ ਪਹਿਲਾਂ ਇਹ ਬਚਨ ਹੋਰ ਕਿਹਨੂੰ ਕਿਹਨੂੰ ਕਿਹਾ ਜੇ? ਭਾਈ ਸਾਹਿਬ ਨੇ ਕਿਹਾ, ਕੁਝ ਕੇ ਸੱਜਣਾ ਨੂੰ, ਸੰਤਾਂ ਮਹਾਤਮਾਵਾਂ ਨੂੰ। ਸਾਧੂ ਕਹਿਣ ਲੱਗੇ, ਮਹਾਤਮਾ ਕਹਿਣ ਲੱਗੇ, ਸਭਨਾਂ ਨੂੰ ਤੇ ਕਹਿ ਦਿੱਤਾ। ਹੁਣ ਜਦੋਂ ਕੀਰਤਨ ਕਰੋ, ਕੀਰਤਨ ਤੋਂ ਪਹਿਲਾਂ ਇੱਕ ਵਾਰ ਗੁਰੂ ਰਾਮਦਾਸ ਨੂੰ ਕਹਿ ਦਿਓ, ਐਸਾ ਨਾਮ ਗੁਰੂ ਰਾਮਦਾਸ ਚਮਕਾਵੇਗਾ ਕਿ ਕੋਈ ਮਿਟਾ ਨਹੀਂ ਸਕੇਗਾ। ਖਾਲਸਾ ਜੀ, ਇਹ ਆਪ ਸਾਰੇ ਜਾਣਦੇ ਹੋ ਕਿ ਭਾਈ ਬਲਬੀਰ ਸਿੰਘ ਜੀ ਨੇ ਜਦੋਂ ਫਿਰ ਕੀਰਤਨ ਕੀਤਾ, ਲੱਖਾਂ ਹੀ ਸੰਗਤਾਂ ਨੇ ਆਪਣੇ ਸਵਾਸਾਂ ਨੂੰ ਰੋਕ ਕਰਕੇ ਵੀ ਉਹਨਾਂ ਦਾ ਕੀਰਤਨ ਸੁਣਿਆ ਸੀ। ਹੁਣ ਭਾਵੇਂ ਅਕਾਲ ਚਲਾਣਾ ਕਰ ਗਏ, ਪਰ ਮੇਰੇ ਕਹਿਣ ਤੋਂ ਭਾਵ ਸਾਧੂ ਕੋਲ, ਇੱਕ ਗੁਰਸਿੱਖ ਕੋਲ ਜੁਗਤੀ ਹੁੰਦੀ ਹੈ ਕਿ ਗੁਰੂ ਕੋਲੋਂ ਜਾ ਕਰਕੇ ਗੁਰੂ ਦੀ ਬਖਸ਼ਿਸ਼ ਕਿਵੇਂ ਲੈਣੀ ਹੈ, ਗੁਰੂ ਦਾ ਸਤਿਕਾਰ ਕਿਵੇਂ ਕਰਨਾ ਹੈ। ਖਾਲਸਾ ਪੰਥ ਨੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਤਾਬਦੀ ਮਨਾਈ ਹੈ ਬੀਤੇ ਦਿਨੀ। ਮੈਂ ਉਹਨਾਂ ਦੇ ਜੀਵਨ ਦੀ ਵੀ ਇੱਕ ਜੁਗਤੀ ਸਾਂਝੀ ਕਰਾਂ। ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਹਾਂ, ਪਰ ਵੇਖੋ ਸਾਡੇ ਪੂਰਵਜਾਂ ਨੇ, ਬਜ਼ੁਰਗਾਂ ਨੇ ਜਦੋਂ ਹਾਜ਼ਰੀਆਂ ਭਰੀਆਂ, ਉਹਨਾਂ ਦੇ ਮਨਾਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਅਸਥਾਨ ਦਾ ਕੈਸਾ ਮਹਾਨ ਸਤਿਕਾਰ ਹੋਇਆ ਕਰਦਾ। ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਪੰਜਵੇਂ ਤਖਤ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਮੁਖੀ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ, ਜਿਹੜੇ ਹਰ ਪਲ ਮਰਨ ਵਾਸਤੇ ਤਿਆਰ ਹੀ ਰਿਹਾ ਕਰਦੇ ਸਨ, ਤੇ ਹਰਮੰਦਰ ਸਾਹਿਬ ਨਿਤ ਕੋਈ ਨਾ ਕੋਈ ਪਠਾਨ, ਕੋਈ ਨਾ ਕੋਈ ਗਾਜ਼ੀ ਚੜ੍ਹ ਕੇ ਆਇਆ ਰਹਿੰਦਾ। ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ, ਮੋਰਚਾਬੰਦੀ ਵਾਸਤੇ ਇੱਕ ਬੁਰਜ ਬਣਵਾਇਆ, ਜਿਸ ਬੁਰਜ ਅਕਾਲੀ ਫੂਲਾ ਸਿੰਘ ਦੇ ਆਪ ਸਾਰੇ ਅੰਮ੍ਰਿਤਸਰ ਦੀ ਧਰਤੀ ਤੇ ਦਰਸ਼ਨ ਕਰਦੇ ਹੋ। ਪਰ ਉਸ ਇਮਾਰਤ ਦੇ ਵਿੱਚ ਇੱਕ ਜੁਗਤੀ ਅਕਾਲੀ ਬਾਬਾ ਫੂਲਾ ਸਿੰਘ ਬਹੁਤ ਵੱਡੀ ਦੇ ਗਏ, ਜਿਹੜੀ ਕੌਮ ਨੂੰ ਭੁੱਲਣੀ ਨਹੀਂ ਚਾਹੀਦੀ। ਖਾਲਸਾ ਜੀ, ਉਸ ਇਮਾਰਤ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਤਿਰਛੇ ਰੂਪ ਦੇ ਵਿੱਚ ਤਿਆਰ ਕਰਵਾਇਆ, ਗੋਲ ਰੂਪ ਵਿੱਚ ਤਿਆਰ ਕਰਵਾਇਆ। ਉਸ ਇਮਾਰਤ ਵਿੱਚ ਐਸੀ ਜੁਗਤੀ ਬਣਾ ਗਏ ਕਿ ਭਾਵਨਾ ਤੋਂ ਬਿਨਾਂ ਸਮਝੀ ਨਹੀਂ ਜਾ ਸਕਦੀ। ਅਕਾਲੀ ਫੂਲਾ ਸਿੰਘ ਜੀ ਨੇ ਜੋ ਬੁਰਜ ਬਣਵਾਇਆ, ਉਸ ਬੁਰਜ ਦੇ ਉੱਤੇ ਖੜ ਕੇ ਕਿਸੇ ਵੀ ਕੋਨੇ ਵਿੱਚ ਮੋਰਚਾ ਲਾਇਆ ਜਾਵੇ, ਕਿਤੇ ਵੀ ਖੜਿਆ ਜਾਵੇ, ਤੇ ਉਸ ਬੁਰਜ ਵਿੱਚ ਖੜੇ ਹੋਏ ਬੰਦੇ ਦੀ ਹਰਮੰਦਰ ਸਾਹਿਬ ਵੱਲ ਪਿੱਠ ਨਹੀਂ ਹੋ ਸਕਦੀ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਮਨ ਦੀ ਭਾਵਨਾ ਸੀ ਕਿ ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ ਹੈ ਗਾਗਰ ਦੇ ਵਿੱਚ ਜਲ ਭਰਨ ਦੀ, ਪਰ ਉਹ ਕਦੇ ਵੀ ਗੁਰੂ ਵੱਲ ਪਿੱਠ ਕਰਕੇ ਜਲ ਨਹੀਂ ਸਨ ਭਰਨ ਆਉਂਦੇ, ਤੇ ਨਾ ਹੀ ਪਿੱਠ ਕਰਕੇ ਜਲ ਵਾਪਸ ਲੈ ਕੇ ਜਾਇਆ ਕਰਦੇ ਸੀ। ਅਕਾਲੀ ਬਾਬਾ ਫੂਲਾ ਸਿੰਘ ਦੇ ਮਨ ਦੀ ਇਹ ਭਾਵਨਾ ਸੀ ਕਿ ਇੱਕ ਤਾਂ ਜਦੋਂ ਵੀ ਕੋਈ ਤੀਰ ਚਲਾਵੇ, ਕੋਈ ਗੋਲੀ ਚਲਾਵੇ, ਕੋਈ ਤੋਪ ਦਾ ਗੋਲਾ ਛੱਡੇ, ਮੈਂ ਗੁਰੂ ਰਾਮਦਾਸ ਦੇ ਚਰਨਾਂ ਤੋਂ ਤਨ ਕੁਰਬਾਨ ਕਰਾਂ। ਦਸ਼ਮੇਸ਼ ਦੇ ਲਾਲਾ ਨੇ ਇਸ ਪੰਥ ਦੀ ਖਾਤਰ ਛਾਤੀ ਵਿੱਚ ਤੀਰ ਖਾਦੇ ਨੇ, ਮੈਂ ਇਸ ਪੰਥ ਦੀ ਖਾਤਰ ਆਪਣੀ ਛਾਤੀ ਵਿੱਚ ਤੋਪ ਦੇ ਗੋਲੇ ਖਾ ਕੇ ਜਾਵਾਂ। ਤੇ ਦੂਸਰਾ ਕਿ ਭਾਵੇਂ ਮੋਰਚਾ ਜਿਤਨਾ ਮਰਜ਼ੀ ਤਾਕਤਵਰ ਹੋਵੇ, ਪਰ ਮੋਰਚਾ ਕਰਦੇ ਹੋਏ, ਜੰਗ ਕਰਦੇ ਹੋਏ ਵੀ ਹਰਮੰਦਰ ਸਾਹਿਬ ਦੇ ਸਤਿਕਾਰ ਨੂੰ ਇਤਨਾ ਮੁੱਖ ਰੱਖਿਆ ਕਿ ਭਾਵੇਂ ਮੋਰਚਾ ਲਾਵਾਂ, ਪਰ ਗੁਰੂ ਰਾਮਦਾਸ ਦੇ ਘਰ ਵੱਲ ਮੇਰੀ ਪਿੱਠ ਨਾ ਹੋਵੇ। ਐਸਾ ਮਹਾਨ ਸਤਿਕਾਰ, ਐਸੀ ਮਹਾਨ ਜੁਗਤੀ ਕੇਵਲ ਉਹਨਾਂ ਦੇ ਚਰਨਾਂ ਤੋਂ ਮਿਲਦੀ ਹੈ ਜਿਨ੍ਹਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਜਿਨ੍ਹਾਂ ਨੇ ਆਪਣਾ ਆਪ ਗੁਰੂ ਰਾਮਦਾਸ ਦੇ ਚਰਨਾਂ 'ਚ ਸਮਰਪਿਤ ਕੀਤਾ ਹੋਵੇ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਇਹ ਸ਼ਬਦ ਨੂੰ ਪੜ੍ਹਨਾ, ਇਸ ਦੀ ਵਿਆਖਿਆ ਕਰਨੀ ਇਸ ਪੰਕਤੀ ਦੀ ਬਹੁਤ ਸੁਖੈਲੀ ਹੈ, ਪਰ ਇਹ ਗੁਰੂ ਰਾਮਦਾਸ ਜੀ ਦੀ ਮੁਬਾਰਕ ਰਸਨਾ ਦੇ ਬੋਲ ਨੇ ਕਿ ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਪਾਤਸ਼ਾਹ ਕਿਰਪਾ ਕਰੋ, ਆਪਣੇ ਘਰ ਦੇ ਸੇਵਾਦਾਰਾਂ ਦੇ ਸੇਵਾਦਾਰ ਮੈਨੂੰ ਬਣਾ ਦਿਓ। ਖਾਲਸਾ ਜੀ, ਅੱਜ ਇੱਕ ਦਿਨ ਗੁਰੂ ਕਾ ਸਿੱਖ ਬਾਲਟੀ ਚੱਕ ਲਵੇ, ਉਸੇ ਤੇ ਪ੍ਰਧਾਨਗੀ ਜਤਾ ਲੈਂਦਾ ਹੈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ, ਮੈਂ ਤੇਰੇ ਘਰ ਦੀ ਸੇਵਾ ਕਰਨੀ ਚਾਹੁੰਦਾ ਪਾਤਸ਼ਾਹ, ਪਰ ਤੂੰ ਕਿਰਪਾ ਕਰ ਆਪਣੇ ਸੇਵਕਾਂ ਦੇ ਸੇਵਕਾਂ ਦਾ ਸੇਵਕ ਬਣਾ ਲੈ। ਸਤਿਗੁਰੂ ਕਹਿੰਦੇ, ਮੇਰੇ ਤੇ ਦਇਆ ਧਾਰ ਜਗਨਨਾਥ ਪ੍ਰਭੂ, ਮੈਨੂੰ ਐਸੀ ਬਖਸ਼ਿਸ਼ ਕਰ ਦੇ, ਆਪਣੇ ਘਰ ਦਾ ਕੂਕਰ ਬਣਾ ਲੈ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਪਾਤਸ਼ਾਹ, ਅਸੀਂ ਅੰਨੇ ਹਾਂ, ਸਾਨੂੰ ਨਜ਼ਰ ਨਹੀਂ ਆ ਰਿਹਾ
ਕਿ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਇਬਾਦਤ ਕਮਾ ਸਕੀਏ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਅਸੀਂ ਕਿਸ ਤਰ੍ਹਾਂ ਤੇਰੇ ਇਸ ਭਗਤੀ ਦੇ ਰਸਤੇ ਤੇ ਚੱਲ ਸਕੀਏ, ਸਾਨੂੰ ਸੋਝੀ ਬਖਸ਼ੋ। ਜੋ ਭਗਤ ਨਿਰਾਲੀ ਅੱਲਾ ਦੀ ਜਾਪੈ ਗੁਰ ਵਿਚਾਰ, ਇਹ ਨਿਰਾਲੀ ਭਗਤੀ ਜੋ ਗੁਰੂ ਰਾਮਦਾਸ ਜੀ ਨੇ ਦਿੱਤੀ ਹੈ, ਇਹ ਸ਼ਬਦ ਦੀ ਵਿਚਾਰ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੀ। ਹਮ ਅੰਦਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਪਾਤਸ਼ਾਹ ਕਿਰਪਾ ਕਰ, ਸਾਨੂੰ ਆਪਣੀ ਗੋਦ ਵਿੱਚ ਬਿਠਾ ਲੈ, ਆਪਣਾ ਅੰਚਲ ਆਪਣਾ ਪੱਲਾ ਬਖਸ਼ ਦੇ। ਵੇਖੋ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦੇ ਕੈਸੇ ਨਿਮਰਤਾ ਭਰੇ ਬੋਲ ਨੇ। ਮੈਂ ਇਸ ਪੰਕਤੀ ਦੀ ਵਿਆਖਿਆ ਵਾਸਤੇ ਇੱਕ ਮਹਾਨ ਗੁਰਸਿੱਖ ਦੀ ਸਾਖੀ ਆਪ ਜੀ ਨਾਲ ਸਾਂਝੀ ਕਰਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਸ ਵਕਤ ਧਮਧਾਨ ਸਾਹਿਬ ਦੀ ਧਰਤੀ ਤੇ ਗਏ, ਉੱਥੇ ਇੱਕ ਭਾਈ ਰਾਮਦੇਵ ਗੁਰੂ ਕਾ ਸਿੱਖ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਹਾਜ਼ਰੀਨ ਹੋਇਆ। ਸਤਿਗੁਰੂ ਨੂੰ ਕਿਹਾ, ਪਾਤਸ਼ਾਹ ਮੈਨੂੰ ਸਿੱਖੀ ਬਖਸ਼ੋ। ਮਹਾਰਾਜ ਕਹਿੰਦੇ, ਸਿੱਖੀ ਖੰਨਿਓ ਤਿੱਖੀ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਮਿਲਦੀ। ਕਿਹਾ, ਪਾਤਸ਼ਾਹ ਮੈਨੂੰ ਚਰਨਾਂ ਦੀ ਸੇਵਾ ਬਖਸ਼ੋ। ਗੁਰੂ ਤੇਗ ਬਹਾਦਰ ਜੀ ਕਹਿੰਦੇ, ਸਿੱਖਾ ਇਸ ਥਾਂ ਦੇ ਉੱਤੇ ਹਵਾ ਦੇ ਕਾਰਨ ਮਿੱਟੀ ਬਹੁਤ ਉੱਡਦੀ ਹੈ, ਜੇਠ ਹਾੜ ਦੇ ਮਹੀਨੇ ਨੇ, ਤੂੰ ਗਾਗਰ ਸਿਰ ਤੇ ਰੱਖ ਕੇ ਜਲ ਦਾ ਛਿੜਕਾਅ ਕਰਿਆ ਕਰ। ਕਹਿੰਦੇ ਭਾਈ ਰਾਮਦੇਵ ਨੇ ਆਪਣੇ ਸਿਰ ਦੇ ਉੱਤੇ ਗਾਗਰ ਰੱਖ ਕਰਕੇ ਸਾਰਾ ਦਿਨ ਗੁਰੂ ਗੁਰੂ ਜਪਦੇ ਜਲ ਦਾ ਛਿੜਕਾਅ ਕਰਨਾ। ਕਹਿੰਦੇ ਇੰਨਾ ਕਿ ਪਿਆਰ ਦੇ ਨਾਲ ਗੁਰੂ ਕੀ ਸੇਵਾ ਕਰਨੀ, ਇੰਨਾ ਕਿ ਜਲ ਚਾਹ ਦੇ ਨਾਲ ਛਿੜਕਣਾ ਜਿਵੇਂ ਮੀਂਹ ਪੈ ਗਿਆ ਹੋਵੇ, ਬਾਰਿਸ਼ ਹੋ ਗਈ ਹੋਵੇ। ਤੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਦਿਨ ਆਪਣੇ ਕੋਲ ਬੁਲਾਇਆ। ਕਹਿੰਦੇ ਰਾਮਦੇਵ ਇਸ ਤਰ੍ਹਾਂ ਮੀਂਹ ਪਾਇਆ ਜਿਸ ਤਰ੍ਹਾਂ ਮੀਂਹ ਪੈ ਗਿਆ ਹੋਵੇ। ਅੱਜ ਤੋਂ ਬਾਅਦ ਤੁਸੀਂ ਗੁਰੂ ਨਾਨਕ ਦੇ ਘਰ ਦੇ ਮੀਹਾਂ ਸਾਹਿਬ ਹੋ। ਉਹਨਾਂ ਨੂੰ ਮਹਾਰਾਜ ਨੇ ਭਾਈ ਮੀਹਾਂ ਨਾਮ ਬਖਸ਼ਿਆ। ਕਹਿੰਦੇ ਉਸ ਤੋਂ ਬਾਅਦ ਵੀ ਸੇਵਾ ਕਰਦੇ ਰਹੇ। ਇੱਕ ਦਿਨ ਗੁਰੂ ਤੇਗ ਬਹਾਦਰ ਜੀ ਸੰਗਤ ਵਿੱਚ ਬੈਠੇ, ਭਾਈ ਮੀਹਾਂ ਸਾਹਿਬ ਵੱਲ ਨਿਗਾਹ ਪਈ। ਕਹਿੰਦੇ ਉਸ ਵਕਤ ਭਾਈ ਮੀਹਾਂ ਸਾਹਿਬ ਦੀ ਦਸਤਾਰ ਦੇ ਵਿੱਚੋਂ ਖੂਨ ਚੋ ਰਿਹਾ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਸਣ ਤੋਂ ਖੜੇ ਹੋ ਕਰਕੇ ਭਾਈ ਮੀਹਾਂ ਸਾਹਿਬ ਕੋਲ ਗਏ। ਖੂਨ ਚੋ ਰਿਹਾ ਸੀ, ਲਹੂ ਵਗ ਰਿਹਾ ਸੀ। ਗਾਗਰ ਆਪਣੇ ਹੱਥਾਂ ਨਾਲ ਸਿਰ ਤੋਂ ਚੱਕ ਕਰਕੇ ਹੇਠਾਂ ਜ਼ਮੀਨ ਤੇ ਰੱਖਦੇ ਨੇ। ਕਹਿੰਦੇ ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਜੀ ਦਸਤਾਰ ਦੇ ਲੜ ਖੋਲਣ ਲੱਗੇ, ਖਾਲਸਾ ਜੀ ਸੇਵਾ ਕਮਾਉਣੀ ਬਹੁਤ ਔਖੀ ਹੈ, ਸਿੱਖੀ ਕਮਾਉਣੀ ਬਹੁਤ ਔਖੀ ਹੈ। ਜਿਸ ਵਕਤ ਗੁਰੂ ਤੇਗ ਬਹਾਦਰ ਜੀ ਦਸਤਾਰ ਦੇ ਲੜ ਖੋਲਣ ਲੱਗੇ, ਇੱਕ ਇੱਕ ਦਸਤਾਰ ਦੇ ਲੜ ਦੇ ਨਾਲ ਨਾਲ ਸਿਰ ਦਾ ਮਾਸ ਵੀ ਉਤਰਨ ਲੱਗ ਪਿਆ। ਖਾਲਸਾ ਜੀ ਗਰਮੀ ਦੇ ਕਾਰਨ ਗਾਗਰ ਸਿਰ ਤੇ ਲਗਾਤਾਰ ਸੀ, ਜ਼ਖਮ ਹੋ ਗਏ ਸਨ। ਜ਼ਖਮਾਂ ਦੀ ਪਰਵਾਹ ਨਾ ਕੀਤੀ, ਗੁਰੂ ਕੇ ਚਰਨਾਂ ਦੀ ਸੇਵਾ ਕਮਾਈ ਉਸ ਗੁਰਸਿੱਖ ਨੇ। ਕਹਿੰਦੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਇਤਨੀ ਸੇਵਾ ਮੰਗੋ, ਕੀ ਮੰਗਦੇ ਹੋ? ਤੇ ਭਾਈ ਮੀਹਾਂ ਸਾਹਿਬ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਤਰੁੱਠੇ ਹੋ ਤੇ ਆਪਣੇ ਘਰ ਦੀ ਸਿੱਖੀ ਬਖਸ਼ ਦਿਓ। ਸਤਿਗੁਰੂ ਨੇ ਇੱਕ ਨਿਸ਼ਾਨ, ਇੱਕ ਨਗਾਰਾ ਦਿੱਤਾ, ਪ੍ਰਚਾਰ ਵਾਸਤੇ ਤੋਰਿਆ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੁਭਾਇਮਾਨ ਹੋਏ, ਕਹਿੰਦੇ ਭਾਈ ਮੀਹਾਂ ਸਾਹਿਬ ਆਏ, ਕੀਰਤਨ ਹੋ ਰਿਹਾ ਸੀ। ਭਾਈ ਸਾਹਿਬ ਨੇ ਨਗਾਰੇ ਤੇ ਚੋਭਾਂ ਲਾ ਦਿੱਤੀਆਂ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਚੱਲਦੇ ਕੀਰਤਨ ਵਿੱਚ ਨਗਾਰੇ ਦੀ ਆਵਾਜ਼। ਸਤਿਗੁਰੂ ਕਹਿੰਦੇ ਇਸ ਦਾ ਨਿਸ਼ਾਨ ਨਗਾਰਾ ਖੋਹ ਲਿਆ ਜਾਵੇ। ਕਹਿੰਦੇ ਭਾਈ ਮੀਹਾਂ ਸਾਹਿਬ ਦਾ ਨਿਸ਼ਾਨ ਨਗਾਰਾ ਖੋਹ ਲਿਆ, ਪਰ ਮਨ ਵਿੱਚ ਰੋਸ ਨਹੀਂ ਕੀਤਾ ਵੀ ਮੈਨੂੰ ਗੁਰੂ ਤੇਗ ਬਹਾਦਰ ਨੇ ਦਿੱਤਾ ਸੀ, ਇਹ ਕੌਣ ਨੇ ਖੋਣ ਵਾਲੇ। ਕਹਿੰਦੇ ਭਾਈ ਮੀਹਾਂ ਸਾਹਿਬ ਸੰਗਤ ਵਿੱਚ ਬੈਠ ਗਏ। ਕਲਗੀਧਰ ਜੀ ਹੱਸ ਕੇ ਕਹਿਣ ਲੱਗੇ, ਭਾਈ ਮੀਹਾਂ ਤੇਰਾ ਨਿਸ਼ਾਨ ਨਗਾਰਾ ਕਿੱਥੇ ਹੈ? ਅੱਜ ਬੰਦਾ ਇੱਕ ਚਾਦਰ ਤੇ ਇੱਕ ਬਾਲਟੀ ਤੇ ਵੀ ਕਹਿੰਦਾ ਬਾਲਟੀ ਮੇਰੀ ਹੈ। ਭਾਈ ਮੀਹੇ ਨੂੰ ਕਿਹਾ, ਮੀਹਾਂ ਤੇਰਾ ਨਿਸ਼ਾਨ ਨਗਾਰਾ ਕਿੱਥੇ ਹੈ? ਅੱਖਾਂ ਦੇ ਵਿੱਚੋਂ ਲਗਾਤਾਰ ਹੰਝੂ ਵਹਿਣ ਲੱਗ ਪਏ। ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਮੇਰਾ ਨਹੀਂ, ਨਿਸ਼ਾਨ ਨਗਾਰਾ ਤੇਰਾ ਹੈ। 9ਵੇਂ ਜਾਮੇ ਵਿੱਚ ਤੂੰ ਦਿੱਤਾ, 10ਵੇਂ ਜਾਮੇ ਵਿੱਚ ਵਾਪਸ ਲੈ ਲਿਆ। ਆਪਣੇ ਸਿੱਖ ਵਾਸਤੇ ਦੱਸੋ ਕਿੱਥੇ ਬੈਠ ਕੇ ਸੰਗਤਾਂ ਦੇ ਮੈਂ ਜੋੜੇ ਝਾੜ ਸਕਾਂ। ਐਸੀ ਨਿਮਰਤਾ ਸਤਿਗੁਰੂ ਦੇ ਇਸ ਪੰਕਤੀ ਦੀ ਵਿਆਖਿਆ ਭਾਈ ਮੀਹਾਂ ਸਾਹਿਬ ਦੇ ਜੀਵਨ ਦੇ ਵਿੱਚੋਂ ਮਿਲੀ, ਜੋ ਗੁਰੂ ਰਾਮਦਾਸ ਜੀ ਕਹਿੰਦੇ ਕਿ ਸਤਿਗੁਰੂ ਤੂੰ ਕਿਰਪਾ ਕਰ, ਸਾਨੂੰ ਆਪਣਾ ਪੱਲਾ ਪਕੜਾ, ਸਾਡੇ ਤੇ ਰਹਿਮਤ ਕਰ, ਤਾਂ ਜੋ ਸਾਡੇ ਵਿੱਚ ਵੀ ਬੰਦਗੀ ਵਸ ਸਕੇ, ਨਾਮ ਵਸ ਸਕੇ।
ਸੋ ਅੱਜ ਦੇ ਸ਼ਬਦ ਦੀ ਵਿਚਾਰ ਨੂੰ ਸੰਕੋਚਦੇ ਹੋਏ ਲੜੀਵਾਰ ਸ਼ਬਦ ਦੀ ਵਿਆਖਿਆ ਵੱਲ ਤੁਰਦੇ ਹਾਂ। ਜੋ ਸਿੱਧ ਗੋਸ਼ਟ ਬਾਣੀ ਦੀ ਲੜੀਵਾਰ ਵਿਆਖਿਆ ਆਪ ਸਭ ਸਰਵਣ ਕਰਦੇ ਹੋ। 71 ਪੌੜੀਆਂ ਦੀ ਵਿਆਖਿਆ ਹੋ ਚੁੱਕੀ ਹੈ। ਅੱਜ ਅਗਲੀ ਪੌੜੀ ਦੀ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ ਜੀ। ਸ਼ਬਦੈ ਕਨ ਬੇੜਾ ਸੁਣ ਤੂੰ ਆਉਦੂ, ਬਿਨ ਨਾਵੈ ਜੋਗ ਨਾ ਹੋਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪੌੜੀ ਵਿੱਚ ਦੱਸਦੇ ਨੇ ਕਿ ਭਾਈ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਉਹਨਾਂ ਦੇ ਹਰ ਇੱਕ ਪ੍ਰਸ਼ਨ ਦਾ ਉੱਤਰ ਦਿੱਤਾ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਹਰ ਇੱਕ ਪਖੰਡ ਦਾ ਪ੍ਰਪੰਚ ਦਾ ਖੰਡਨ ਵੀ ਕਰ ਦਿੱਤਾ ਕਿ ਨਾਮ ਤੋਂ ਬਿਨਾਂ ਰੱਬ ਨਹੀਂ ਮਿਲਦਾ। ਹੁਣ ਸਤਿਗੁਰੂ ਅਖੀਰਲੀਆਂ ਪੌੜੀਆਂ ਦੇ ਵਿੱਚ ਕਹਿੰਦੇ ਨੇ ਕਿ ਜੋਗੀਓ ਇਸ ਸ਼ਬਦ ਦੀ ਸਾਰ ਤੱਤ ਦੀ ਵਿਚਾਰ ਨੂੰ ਸੁਣੋ ਕਿ ਜਦੋਂ ਤੱਕ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਨਾ ਹੋਵੇ, ਜਦੋਂ ਤੱਕ ਸ਼ਬਦ ਦੀ ਸੋਝੀ ਨਾ ਹੋਵੇ, ਕਹਿੰਦੇ ਪ੍ਰਮਾਤਮਾ ਦੇ ਸ਼ਬਦ ਤੋਂ ਨਾਮ ਤੋਂ ਬਿਨਾਂ ਕੋਈ ਜੋਗੀ ਨਹੀਂ ਹੋ ਸਕਦਾ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਕਹਿੰਦੇ ਨਾਮ ਅਭਿਆਸ ਤੋਂ ਬਿਨਾਂ ਕੋਈ ਜੋਗੀ ਨਹੀਂ ਬਣ ਸਕਦਾ। ਨਾਮੇ ਰਾਤੇ ਅਨ ਦਿਨ ਮਾਤੇ, ਨਾਮੇ ਤੇ ਸੁਖ ਹੋਈ। ਜੋਗੀਆਂ ਨੂੰ ਕਹਿੰਦੇ ਨੇ ਕਿ ਭਾਈ ਜਿਹੜੇ ਦਿਨ ਰਾਤ ਨਾਮ ਦੇ ਵਿੱਚ ਵਸਦੇ ਨੇ, ਜਿਹੜੇ ਦਿਨ ਰਾਤ ਨਾਮ ਦਾ ਅਭਿਆਸ ਕਰਦੇ ਨੇ, ਜਾਗਤ ਜੋਤ ਜਪੈ ਨਿਸਬਾਸੁਰ। ਨਿਸਬਾਸੁਰ ਤੋਂ ਭਾਵ ਦਿਨ ਰਾਤ ਨਾਮ ਜਪਣ ਵਾਲੇ ਜਿਹੜੇ ਨੇ ਉਹਨਾਂ ਦੇ ਹਿਰਦੇ ਵਿੱਚ ਹੀ ਸੁਖ ਵਸਦਾ ਹੈ। ਉਹ ਐਸਾ ਸੁਖ ਹੁੰਦਾ ਹੈ ਕਿ ਭਾਵੇਂ ਸਿਰ ਤੇ ਚੱਲਣ ਵਾਲੇ ਆਰੇ ਦਾ ਦੁੱਖ ਵੀ ਆ ਜਾਵੇ ਪਰ ਉਹਨਾਂ ਨੂੰ ਉਹ ਦੁੱਖ ਵੀ ਕੁਝ ਨਹੀਂ ਕਰ ਸਕਦਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਹੋਵੇ। ਨਾਮੈ ਹੀ ਤੇ ਸਭ ਪ੍ਰਗਟ ਹੋਵੈ, ਨਾਮੇ ਸੋਜੀ ਪਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜੋਗੀਆਂ ਨੂੰ ਕਿ ਭਾਈ ਨਾਮ ਦੇ ਨਾਲ ਹੀ ਸਭ ਕੁਝ ਪ੍ਰਗਟ ਹੁੰਦਾ, ਇਕੱਲੇ ਯੋਗ ਸਾਧਨਾ ਨਾਲ ਨਹੀਂ ਹੁੰਦਾ। ਕੱਲੀ ਤਨ ਦੇ ਉੱਤੇ ਵਿਭੂਤੀ ਮਲ ਕੇ ਪ੍ਰਗਟ ਪਰਮਾਤਮਾ ਨਹੀਂ ਹੋ ਸਕਦਾ। ਸਵਾਸਾਂ ਨੂੰ ਚੜਾ ਕਰਕੇ ਦਸਮ ਦਵਾਰ ਤੱਕ ਪਰਮਾਤਮਾ ਪ੍ਰਗਟ ਨਹੀਂ ਹੁੰਦਾ, ਉਹ ਤਾਂ ਪ੍ਰੇਮਾ ਭਗਤੀ ਦੇ ਨਾਲ ਹੀ ਪ੍ਰਗਟ ਹੁੰਦਾ ਹੈ। ਤੇ ਦਸਮ ਦਵਾਰ ਦੀ ਆਪਣੇ ਅਗਲੇ ਜਨਮ ਦੀ ਤੇ ਪਿਛਲੇ ਜਨਮ ਦੀ ਸੋਝੀ ਨਾਮ ਤੋਂ ਬਿਨਾਂ ਨਹੀਂ ਹੋ ਸਕਦੀ। ਬਿਨ ਨਾਵੈ ਭੇਖ ਕਰੈ ਬਹੁ ਤੇਰੇ, ਸੱਚੈ ਆਪ ਖੁਆਈ। ਕਹਿੰਦੇ ਜਿਹੜੇ ਕੱਲਾ ਭੇਖ ਕਮਾਉਂਦੇ ਨੇ ਨਾ, ਨਾਮ ਨਹੀਂ ਜਪਦੇ, ਉਹਨਾਂ ਨੂੰ ਪ੍ਰਮਾਤਮਾ ਆਪ ਹੀ ਕੁਰਾਹੇ ਪਾ ਦਿੰਦਾ। ਤੇ ਮੈਂ ਬੇਨਤੀ ਕਰਾਂ ਜੇ ਗੁਰਸਿੱਖ ਵੀ ਕੱਲਾ ਬਾਣਾ ਪਾ ਲਵੇ, ਨਾਮ ਅਭਿਆਸ ਨਾ ਕਰੇ ਤੇ ਉਹ ਵੀ ਗੁਰੂ ਘਰ ਚ ਪ੍ਰਵਾਨ ਨਹੀਂ ਹੁੰਦਾ। ਇਸ ਲਈ ਜਦੋਂ ਦਸਤਾਰ ਸਜਾਓ, ਦਸਤਾਰ ਨੂੰ ਮੱਥੇ ਨਾਲ ਲਾ ਕਰਕੇ ਤੇ ਸ਼ਬਦ ਪੜ੍ਹਦੇ ਸਜਾਓ ਕਿ ਪਤ ਰਾਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋ ਵਿਕਾਰ। ਸ਼ਬਦ ਪੜ੍ਹਦੇ ਪੜ੍ਹਦੇ ਦਸਤਾਰ ਸਜਾਵਾਂਗੇ, ਸਤਿਗੁਰੂ ਦਸਤਾਰ ਨੂੰ ਕਦੇ ਦਾਗ ਨਹੀਂ ਲੱਗਣ ਦੇਵੇਗਾ। ਜੇ ਕਿਰਪਾਨ ਗਾਤਰੇ ਵਿੱਚ ਪਾਈਏ, ਤਣ ਤੇ ਗਾਤਰਾ ਸਜਾਉਣ ਲੱਗਿਆਂ ਕਿਰਪਾਨ ਨੂੰ ਮੱਥੇ ਨਾਲ ਲਾਈਏ। ਜਿਸ ਕਿਰਪਾਨ ਨੇ ਸਾਡੀ ਇਸ ਸੰਸਾਰ ਵਿੱਚ ਆਜ਼ਾਦ ਹਸਤੀ ਬੁਲੰਦ ਕਰਨੀ ਹੈ। ਕੜਾ ਹੱਥ ਵਿੱਚ ਪਾਇਆ, ਕੜੇ ਨੂੰ ਮਸਤਕ ਨਾਲ ਲਾਈਏ। ਮੇਰੇ ਕਹਿਣ ਤੋਂ ਭਾਵ ਕਲਗੀਆਂ ਵਾਲੇ ਦਾ ਦਿੱਤਾ ਹਰ ਇੱਕ ਬਾਣਾ ਉਹਨੂੰ ਮੱਥੇ ਦੇ ਨਾਲ ਲਾ ਕਰਕੇ ਗੁਰੂ ਦਾ ਸ਼ੁਕਰ ਕਰਕੇ ਤਨ ਤੇ ਸਜਾਈਏ, ਕਿਉਂਕਿ ਇਹ ਆਮ ਬਾਣਾ ਨਹੀਂ, ਇਸ ਬਾਣੇ ਨੇ ਤੁਹਾਨੂੰ ਗੁਰੂ ਦਾ ਖਾਸ ਰੂਪ ਖਾਲਸਾ ਬਣਾ ਦੇਣਾ ਹੈ। ਸਤਿਗੁਰੂ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ, ਕੱਲਾ ਭੇਖ ਧਾਰਨ ਕਰਦੇ ਆ, ਉਹਨਾਂ ਨੂੰ ਪ੍ਰਮਾਤਮਾ ਖੁਦ ਹੀ ਖੁਆਰ ਕਰਦਾ ਹੈ। ਸਤਿਗੁਰ ਤੇ ਨਾਮ ਪਾਈਐ ਆਉਦੂ, ਜੋਗ ਜੁਗਤ ਤਾ ਹੋਈ। ਜੋਗੀ ਪੁੱਛਦਾ ਨਾਮ ਕਿਵੇਂ ਮਿਲੇ? ਸਤਿਗੁਰੂ ਕਹਿੰਦੇ ਨਾਮ ਮਿਲਦਾ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ, ਤੇ ਤਾਂ ਹੀ ਜੁਗਤੀਆਂ ਪੂਰੀ ਹੁੰਦੀਆਂ ਨੇ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੈ ਮੁਕਤ ਨਾ ਹੋਈ। ਆਪਣੇ ਮਨ ਦੇ ਨਾਲ ਵਿਚਾਰ ਕਰਕੇ ਵੇਖੋ ਕਿ ਨਾਮ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ। ਦੁਨੀਆ ਦੇ ਲੋਕਾਂ ਨਾਲ ਤਾਂ ਵਿਚਾਰਾਂ ਕਰਦੇ ਆ, ਕਦੇ ਵੀ ਆਪਣੇ ਮਨ ਦੀ ਸੰਗਤ ਨਹੀਂ ਕਰਦੇ, ਮਨ ਦੇ ਨਾਲ ਵਿਚਾਰ ਨਹੀਂ ਕਰਦੇ। ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਪਰਮਾਤਮਾ ਨੂੰ ਸੰਬੋਧਨ ਨੇ ਕਿ ਅਕਾਲ ਪੁਰਖ ਵਾਹਿਗੁਰੂ,
ਤੇਰੀ ਗਤਮਤ ਤੂੰ ਹੈ ਜਾਣੈ। ਅਕਾਲ ਪੁਰਖ ਵਾਹਿਗੁਰੂ ਤੇਰੀ ਗਤਮਤ ਭਾਵ ਤੇਰੀ ਪਹੁੰਚ ਨੂੰ, ਤੇਰੀ ਤਾਕਤ ਨੂੰ, ਤੇਰੇ ਨਾਮ ਦੀ ਕਲਾ ਨੂੰ ਕੇਵਲ ਤੂੰ ਹੀ ਜਾਣ ਸਕਦਾ ਹੈ। ਦੁਨੀਆ ਦੇ ਲੋਕ ਅੰਤ ਨਹੀਂ ਪਾ ਸਕਦੇ। ਕਿਨੀ ਤੇਰਾ ਅੰਤ ਨਾ ਪਾਇਆ। ਭਾਵੇਂ ਲੱਖਾਂ ਕਥਾਕਾਰ ਆਉਣ ਕਥਾ ਕਰ ਜਾਣ, ਪਰ ਪ੍ਰਮਾਤਮਾ ਦੇ ਨਾਮ ਦੀ ਵਿਆਖਿਆ ਮੁਕੰਮਲ ਕੋਈ ਨਹੀਂ ਕਰ ਸਕਦਾ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੈ। ਸਤਿਗੁਰੂ ਕਹਿੰਦੇ ਤੂੰ ਆਪੇ ਹੀ ਗੁਪਤ ਹੈ ਤੇ ਆਪੇ ਹੀ ਪ੍ਰਗਟ। ਕਿਤੇ ਤੇ ਪ੍ਰਗਟ ਹੈ ਦਰਖਤ ਦੇ ਰੂਪ ਵਿੱਚ, ਕਿਤੇ ਪ੍ਰਗਟ ਹੈ ਦਰਿਆ ਦੇ ਰੂਪ ਵਿੱਚ, ਕਿਤੇ ਪ੍ਰਗਟ ਹੈ ਆਕਾਸ਼ ਦੇ ਰੂਪ ਵਿੱਚ, ਕਿਤੇ ਪ੍ਰਗਟ ਹੈ ਪੰਛੀਆਂ ਦੇ ਰੂਪ ਵਿੱਚ, ਤੇ ਕਿਤੇ ਪ੍ਰਮਾਤਮਾ ਪ੍ਰਗਟ ਹੈ ਇਨਸਾਨਾਂ ਦੇ ਰੂਪ ਦੇ ਵਿੱਚ। ਸਤਿਗੁਰੂ ਕਹਿੰਦੇ ਤੂੰ ਆਪ ਹੀ ਪ੍ਰਗਟ ਹੈ ਵੱਖ-ਵੱਖ ਰੂਪਾਂ 'ਚ, ਤੇ ਆਪ ਹੀ ਗੁਪਤ ਫੌਜਾਂ ਸ਼ਹੀਦ ਫੌਜਾਂ ਦੇ ਰੂਪ ਵਿੱਚ ਗੁਪਤ ਵੀ ਹੋ ਕੇ ਬੈਠਾ ਹੈ। ਮੈਂ ਬੇਨਤੀ ਕਰਾਂ, ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਦੇ ਹੋ, ਪਰਿਕਰਮਾ ਵਿੱਚ ਲੱਖਾਂ ਹੀ ਲੋਕ ਨੇ, ਸਰੀਰ ਨੇ ਨਮਸਕਾਰਾਂ ਕਰਨ ਆਏ ਨੇ, ਪਰ ਮਹਿਸੂਸ ਕਰਕੇ ਵੇਖਿਓ ਜਿੰਨੇ ਸਰੀਰ ਨਜ਼ਰ ਆ ਰਹੇ ਨੇ ਨਾ, ਇਨ੍ਹਾਂ ਸਰੀਰਾਂ ਤੋਂ ਕਈ ਗੁਣਾ ਵੱਧ ਗਿਣਤੀ ਵਿੱਚ ਇੱਥੇ ਗੁਪਤ ਰੂਹਾਂ ਨੇ, ਜਿਹੜੀਆਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆ ਕੇ ਰੋਜ਼ ਨਮਸਕਾਰਾਂ ਕਰਦੀਆਂ ਨੇ। ਜੇ ਮੰਜੀ ਸਾਹਿਬ ਦੀਵਾਨ ਹਲ ਕਥਾ ਰੋਜ਼ ਹੁੰਦੀ ਹੈ, ਇਹ ਨਾ ਸੋਚੀਏ ਵੀ ਕੇਵਲ ਘਰਾਂ ਵਿੱਚ ਬੈਠੇ ਜਾਂ ਦੀਵਾਨ ਹਾਲ ਵਿੱਚ ਬੈਠੇ ਹੀ ਕਥਾ ਸੁਣਦੇ ਨੇ। ਖਾਲਸਾ ਜੀ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਪਾਸੇ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਸਥਾਨ ਹੈ, ਚੇਤੇ ਰੱਖਣਾ ਚਾਹੀਦਾ ਹੈ, ਮੰਜੀ ਸਾਹਿਬ ਦੀਵਾਨ ਹਾਲ ਦੇ ਇੱਕ ਪਾਸੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਸ ਮਹਾਨ ਸੂਰਬੀਰ ਯੋਧੇ ਦਾ ਵੀ ਅਸਥਾਨ ਹੈ, ਜਿਹੜਾ ਸਿਰ ਤਲੀ ਤੇ ਧਰ ਕਰਕੇ ਰੋਜ਼ਾਨਾ ਗੁਰੂ ਰਾਮਦਾਸ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਨੇ। ਤੇ ਉੱਥੇ ਹੀ ਮੰਜੀ ਸਾਹਿਬ ਦੀਵਾਨ ਹਾਲ ਦੇ ਸੱਜੇ ਪਾਸੇ ਧੰਨ ਬਾਬਾ ਦੀਪ ਸਿੰਘ ਜੀ ਦੀ ਮਿਸਲ ਸ਼ਹੀਦਾਂ ਦੇ ਆਏ ਹੋਏ ਉਹ ਸੂਰਬੀਰ ਯੋਧੇ, ਜਿਨ੍ਹਾਂ ਬਾਬਾ ਦੀਪ ਸਿੰਘ ਜੀ ਦੇ ਨਾਲ ਸ਼ਹਾਦਤਾਂ ਪਾਈਆਂ, ਜਿੱਥੇ ਮੰਜੀ ਸਾਹਿਬ ਦੀਵਾਨ ਹਾਲ ਹੈ, ਇੱਥੇ ਉਹਨਾਂ ਦਾ ਲਹੂ ਡੁੱਲਿਆ। ਬਾਬਾ ਬਲਵੰਤ ਸਿੰਘ ਜੀ, ਬਾਬਾ ਹੀਰਾ ਸਿੰਘ ਜੀ, ਬਾਬਾ ਗੰਢਾ ਸਿੰਘ ਜੀ, ਬਾਬਾ ਰਣ ਸਿੰਘ ਜੀ, ਬਾਬਾ ਲਹਿਣਾ ਸਿੰਘ ਜੀ, ਜਿੱਥੇ ਅੱਜ ਵੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਨਿਸ਼ਾਨ ਝੁਲਦੇ ਨੇ। ਚੇਤੇ ਰੱਖਿਓ, ਬਾਹਰਲੀਆਂ ਅੱਖਾਂ ਨਾਲ ਭਾਵੇਂ ਨਜ਼ਰ ਨਾ ਆਉਣ, ਪਰ ਸ਼ਹੀਦ ਆਪਣੇ ਨਿਸ਼ਾਨਾਂ ਤੋਂ, ਗੁਰੂ ਤੋਂ ਕਦੇ ਦੂਰ ਨਹੀਂ ਹੁੰਦੇ, ਸਦਾ ਹੀ ਸੰਗਤ ਵਿੱਚ ਚੌਂਕੜੇ ਲਾ ਕੇ ਬੈਠ ਜਾਂਦੇ ਨੇ। ਇਸ ਕਰਕੇ ਉਹ ਪਰਮਾਤਮਾ ਕਿਤੇ ਪ੍ਰਗਟ ਰੂਪ ਵਿੱਚ ਵਰਤਦਾ ਹੈ, ਕਿਤੇ ਸ਼ਹੀਦ ਫੌਜਾਂ ਦੇ ਰੂਪ ਵਿੱਚ, ਗੁਪਤ ਰੂਪ ਦੇ ਵਿੱਚ ਵੀ ਵਰਤਦਾ ਹੈ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਪਰਮਾਤਮਾ ਤੇਰੇ ਰੰਗ ਨੇ, ਸਾਰੇ ਰੰਗ ਤੂੰ ਹੀ ਮਾਣ ਰਿਹਾ ਹੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੈ। ਵੱਡੇ ਵੱਡੇ ਸਿੱਧ ਮੁਨੀਸ਼ਰ, ਵਖਿਆਨ ਕਰਨ ਵਾਲੇ ਕਥਾਕਾਰ ਪਰਮਾਤਮਾ ਤੈਨੂੰ ਲੱਭਦੇ ਫਿਰਦੇ ਆ, ਪਰ ਤੇਰੀ ਬਖਸ਼ਿਸ਼ ਤੋਂ ਬਿਨਾ ਤੈਨੂੰ ਪਾ ਲੈਣਾ ਨਾ ਮੁਮਕਿਨ ਹੈ। ਮੰਗਹਿ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਉ ਕੁਰਬਾਨ। ਸਦਾ ਤੇਰੇ ਦਰ ਤੇ ਆ ਕੇ ਉਹ ਇਹੀ ਅਰਦਾਸ ਕਰਦੇ ਨੇ, ਸਾਨੂੰ ਭਿਖਿਆ ਦੇ ਦੇ ਆਪਣੇ ਨਾਮ ਦੀ, ਤੇ ਸਾਡੀ ਝੋਲੀ ਦੇ ਵਿੱਚ ਖਿਨ ਮਾਤਰ ਦਰਸ਼ਨਾਂ ਦੀ ਦਾਤ ਪਾ ਦੇ। ਅਬਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਜੀ ਹੋਈ। ਕਦੇ ਵੀ ਨਾਸ਼ ਨਾ ਹੋਣ ਵਾਲੇ ਅਬਿਨਾਸ਼ੀ ਪਰਮਾਤਮਾ ਨੇ ਇਹ ਖੇਡ ਰਚਾਇਆ ਹੈ। ਇਸ ਦੀ ਸੋਝੀ ਉਹਨੂੰ ਹੀ ਹੁੰਦੀ ਹੈ ਜਿਹੜਾ ਗੁਰਮੁਖ ਹੋ ਜਾਂਦਾ ਹੈ, ਜਿਹੜਾ ਗੁਰੂ ਦੀ ਸਿੱਖਿਆ ਨੂੰ ਮਨ ਵਿੱਚ ਵਸਾ ਲੈਂਦਾ ਹੈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਆਦ ਸੱਚ ਜੁਗਾਦ ਸੱਚ, ਗੁਰੂ ਨਾਨਕ ਸਾਹਿਬ ਕਹਿੰਦੇ ਸਾਰੇ ਯੁਗਾਂ ਵਿੱਚ ਉਹ ਆਪ ਵਰਤਦਾ ਹੈ। ਉਹ ਇੱਕੋ ਹੀ ਹੈ, ਏਕੋ ਕਹੀਐ ਨਾਨਕਾ, ਦੂਜਾ ਅਵਰ ਨ ਕੋਈ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਵੀ ਨਹੀਂ ਜਿਹੜਾ ਦੁਨੀਆ ਵਿੱਚ ਵਰਤ ਰਿਹਾ ਹੈ। ਇੱਥੇ ਅੱਜ ਦੇ ਸ਼ਬਦ ਦੀ ਵਿਚਾਰ ਸੰਪੂਰਨ ਹੁੰਦੀ ਹੈ। ਸਿੱਧ ਗੋਸ਼ਟ ਬਾਣੀ ਦੀ ਵਿਚਾਰ ਇੱਥੇ ਸੰਕੋਚਦੇ ਹਾਂ। ਸ਼ਬਦ ਦੀ ਵਿਆਖਿਆ ਕਰਨੀ ਨਾਮੁਮਕਿਨ ਹੈ। ਇਹ ਰਸਨਾ ਕਦੇ ਵੀ ਗੁਰਬਾਣੀ ਦੀ ਮੁਕੰਮਲ ਵਿਆਖਿਆ ਨਹੀਂ ਕਰ ਸਕਦੀ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ, ਤੁਸੀਂ ਦਾਸ ਨੂੰ ਬਖਸ਼ ਦੇਣਾ। ਅਰਦਾਸ ਕਰਨੀ, ਸੁਣਿਆ ਸੁਣਾਇਆ ਅਸੀਂ ਸਾਰੇ ਆਪਣੇ ਜੀਵਨ ਵਿੱਚ ਕਮਾ ਸਕੀਏ। ਗੁਣ ਤੋਂ ਨਹੀਂ ਜ਼ੁਬਾਨ ਮੇਂ ਕੇ ਬੋਲ ਸਕੂं, लेकिन मुरीद उसका हूं जो गूंगे भी बोलने लगा देता है। सतगुरु खुद ही ये कृपा करके हाजरी बख्शदे ने। धन गुरु रामदास जी का रोम रोम करके
ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ ਦਾ ਧੰਨਵਾਦ, ਆਪ ਸੰਗਤ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਅਬਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਜੀ ਹੋਈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।